खखा खोज परे जो कोई, जो खोजे सो बहर न होई। खोज बूझ जो करे विचारा, तो भवजल तरत न लावे बारा। खखा खोज परे जो कोई। ਦੁਬਾਰਾ ਸ਼ੁਰੂ ਕਰ ਲਈ ਗੱਲ ABC ਤੋਂ। ਪਹਿਲਾਂ ਮੁਕਾਤੀ ਨਾ ਗੱਲ ਸਿਰੇ ਲਾ ਕੇ, ਦੁਬਾਰਾ ਫਿਰ ਸ਼ੁਰੂ ਕੀਤੀ। ਜੇ ਕੋਈ ਜਿਹੜਾ ਕੁਝ ਖੋਜਿਆ ਕਬੀਰ ਨੇ, ਹਮਰੇ ਖੋਜ ਪਰੋ ਮਤ ਕੋਈ ਕਿਹਾ ਨਾ ਪਹਿਲਾਂ, ਜਿਹੜਾ ਕਹਿੰਦੇ ਮੈਂ ਰਾਹ ਖੋਜਿਆ, ਜੇ ਕੋਈ ਇਸ ਰਸਤੇ ਪੈ ਜਾਵੇ, ਜਿਹੜਾ ਮੈਂ ਰਸਤਾ ਖੋਜ ਲਿਆ, ਕਬੀਰ ਨੇ ਖੋਜ ਕੇ ਰਸਤਾ ਦੱਸਿਆ ਨਾ ਕਬੀਰ ਦੀ ਸੰਸਾਰ ਕੋ, ਇਹ ਗੁਰਮਤਿ ਦਾ ਮਾਰਗ ਜਿਹੜਾ ਕਬੀਰ ਨੇ ਲੱਭ ਲਿਆ, ਇਹ ਕਹਿ ਲਓ ਖੋਜ ਲਿਆ, ਲੱਭ ਲਿਆ। ਜੇ ਕੋਈ ਇਸ ਰਸਤੇ ਪੈ ਜਾਵੇ, ਖੱਖਾ ਖੋਜ ਪਰੇ ਜੇ कोई। ਜੇ ਕੋਈ ਇਸ ਖੋਜ ਦੇ ਰਸਤੇ ਪੈ ਜਾਵੇ, जो खोजे सो बहर न होई। ਜਿਹੜਾ ਇਸ ਰਸਤੇ ਪਿਆ ਹੋਇਆ ਖੋਜ ਲਵੇ ਨਾ ਆਪਣੇ ਆਪ ਨੂੰ, ਰਸਤੇ ਪੈਣਾ ਹੋਰ ਗੱਲ ਹੈ, ਪਹੁੰਚ ਜਾਣਾ ਹੋਰ ਗੱਲ ਹੈ। ਰਾਹ ਦੇ ਵਿੱਚ ਨਾ ਕਿਤੇ ਬਹਿ ਜਾਵੇ, ਚੱਲ ਤੇ ਹਰ ਮਿਲਣ ਕੋ ਵਿੱਚੇ ਅਟਕੇ ਚੀਤ। ਜਿਹੜਾ ਤੁਰ ਪਹੁੰਚ ਜਾਵੇ, ਖੋਜ ਲਵੇ, ਉਹਦਾ ਦੁਬਾਰਾ ਜਨਮ ਨਹੀਂ ਹੁੰਦਾ, ਫਿਰ ਦੁਬਾਰਾ ਜਨਮ ਨਹੀਂ ਹੁੰਦਾ। ਸੋ ਬਾਹਰ ਨਾ होई। ਦੁਬਾਰਾ ਜਨਮ ਨਹੀਂ ਉਹਦਾ ਹੋ ਸਕਦਾ। ਇਹ ਗੱਲ ਕਹਿ ਕੇ ਗਾਂ ਤੁਰਿਆ। ਹੁਣ ਗੁਰਬਾਣੀ ਦਾ ਜਿਹੜਾ ਰਸਤਾ ਹੈ, ਜੇ ਕੋਈ ਇਸ ਰਸਤੇ ਨੂੰ ਸਮਝ ਲਵੇ, ਸਮਝ ਕੇ ਖੋਜਣ ਦਾ ਮਤਲਬ ਸਮਝਣਾ, ਸਮਝ ਕੇ ਉੱਥੇ ਤੱਕ ਪਹੁੰਚ ਜਾਵੇ ਜਿੱਥੇ ਤੱਕ ਗੱਲ ਕੀਤੀ ਹੋਈ ਹੈ, ਉਹਦਾ ਦੁਬਾਰਾ ਜਨਮ ਨਹੀਂ ਹੋ ਸਕਦਾ। ਸਾਰੇ ਧਰਮਾਂ ਦਾ ਟੀਚਾ ਦੁਬਾਰਾ ਜਨਮ ਨਾ ਹੋਣ ਦਾ ਹੀ ਹੈ। 84 ਕੱਟੀ ਜਾਣ ਦਾ ਹੀ ਟੀਚਾ ਹੈ। ਉਹਦੀ 84 ਕੱਟੀ ਜਾਂਦੀ ਹੈ, ਕੱਟੀ ਜਾਊਗੀ, ਇਹ ਗਰੰਟੀ ਕੀਤੀ ਹੈ। ਗੱਲ ਤਾਂ ਸਿੱਖੀ ਦੀ ਇਹ ਹੈ, ਸਿੱਖ ਦਾ ਟੀਚਾ ਇਹ ਹੈ, ਟਾਰਗੇਟ ਇਹ ਹੈ, ਦੁਬਾਰਾ ਜਨਮ ਨਾ ਹੋਵੇ। ਕੀ ਕਿਸੇ ਦਾ ਟੀਚਾ ਹੈ ਸਿੱਖ ਦਾ? ਜੇ ਟੀਚਾ ਇਹ ਹੈ ਨਹੀਂ, ਉਹ ਸਿੱਖ ਹੈ ਨਹੀਂ, ਭੁਲੇਖੇ 'ਚ ਨਾ ਰਹੇ ਕੋਈ। ਘੱਟ ਤੋਂ ਘੱਟ ਵੱਧੋ ਵੱਧ ਇਹੀ ਟੀਚਾ ਸਿੱਖ ਦਾ, ਘੱਟ ਤੋਂ ਘੱਟ ਵੀ ਇਹੀ ਹੈ, ਵੱਧ ਤੋਂ ਵੱਧ ਵੀ ਇਹੀ ਹੈ। ਬਸ ਇਹੀ ਟੀਚਾ ਇੱਕ ਹੈ, ਨਾ ਇਹ ਘੱਟ ਹੈ ਨਾ ਇਹ ਤੋਂ ਵੱਧ ਹੋ ਸਕਦਾ। ਇਹ ਤੋਂ ਘੱਟ ਕੋਈ ਫਾਇਦਾ ਨਹੀਂ। ਫਿਰ ਪਤਾ ਨਹੀਂ ਅਗਲੇ ਜਨਮ ਵਿੱਚ ਕੀ ਹੋਣਾ, ਸਖਤ ਮਿਲਣੀ ਹੈ ਨਹੀਂ ਮਿਲਣੀ, ਕਿਹੜੇ ਰਾਹ ਪੈ ਜਾਣਾ ਹੈ। ਜਿਹੜਾ ਖੋਜ ਰਸਤਾ ਫੜਿਆ ਹੋਇਆ ਹੈ, ਹੁਣ ਨਾ ਸਿਰੇ ਪਹੁੰਚਿਆ, ਅਗਲੀ ਵਾਰ ਦਾ ਕੀ ਪਤਾ ਵੀ ਦੁਬਾਰਾ ਮਨੁੱਖਾ ਜਨਮ ਤਾਂ ਨਹੀਂ ਮਿਲਦਾ ਹੈਗਾ। ਕੋਈ ਵੀ ਨਹੀਂ ਮਿਲਦਾ ਜਨਮ। ਮਨੁੱਖੇ ਦਾ ਮਤਲਬ ਹੀ ਨਹੀਂ, ਜਨਮ ਹੀ ਨਹੀਂ ਹੁੰਦਾ ਦੁਬਾਰਾ। ਮਨੁੱਖਾ ਜਨਮ ਹੋਊ ਫਿਰ ਤਾਂ ਉਹੀ ਫਿਰ ਆ ਗਏ 84 ਮਨੁੱਖਾ ਜਨਮ 84 ਤੇ ਬਾਹਰ ਨਹੀਂ ਹੈ। 84 ਦੀ ਆਖਰੀ ਪੌੜੀ ਤਾਂ ਹੈ, ਪਰ ਬਾਹਰ ਤਾਂ ਹੈ ਨਹੀਂ 84 ਤੇ। ਮਨੁੱਖ ਨਹੀਂ ਨਰਕ ਜਾਂਦੇ, ਮਨੁੱਖਾ ਜਨਮ ਦੇ ਵਿੱਚੋਂ ਨਰਕ ਜਾ ਨਹੀਂ ਸਕਦਾ, ਨਰਕ ਸਿੱਧਾ ਜਾ ਸਕਦਾ। ਹਾਂਜੀ, खोज बूझ जो करे विचारा, तो भवजल तरत न लावे बारा। ਖੋਜ ਕੇ ਕੁਝ ਬੁੱਝਣ। ਗੁਰਬਾਣੀ ਬੁਝਾਰਤ ਹੈ, ਬੁੱਝਣ ਵਾਲੀ ਗੱਲ ਹੈ, ਪੜ੍ਹਨ ਵਾਲੀ ਨਹੀਂ ਹੈ ਇਹ। ਖੋਜ ਵਾਲੀ ਚੀਜ਼ ਪੜ੍ਹਨ ਵਾਲੀ ਨਹੀਂ ਹੁੰਦੀ। ਗੁਰਬਾਣੀ 'ਚ ਪੜ੍ਹਨ ਦਾ ਮਤਲਬ ਵੀ ਖੋਜਣਾ ਹੀ ਹੈ। ਜਿਹੜਾ ਪੜ੍ਹਨ ਦਾ ਮਤਲਬ ਹੈ, ਸੋ ਪੜ੍ਹਿਆ ਸੋ ਪੰਡਤ ਬੀਨੋ, ਜਿਤ ਰਾਮ ਨਾਮ ਗਲ ਹਾਰ। ਜਿਹਦੇ ਗੁਣਾਂ ਦਾ ਹਾਰ ਗਲ 'ਚ ਪਾ ਲਿਆ, ਸਗਲ ਗੁਣਾਂ ਗਲ ਹਾਰ ਹੈ ਨਾ, ਜਿਹੜਾ ਰਾਮ ਨਾਮ ਦਾ ਹਾਰ ਹੈ, ਸਾਰੇ ਗੁਣਾਂ ਦਾ ਹਾਰ ਹੈ ਜਿਹਦੇ ਗਲ 'ਚ, ਔਗਣ ਕੋਈ ਵੀ ਨਹੀਂ, ਉਹ ਰਾਮ ਨਾਮ ਦਾ ਹਾਰ ਹੈ। ਜਿਤ ਰਾਮ ਨਾਮ ਗਲ ਉਹ ਪੰਡਤ ਵੀ। ਬਾਕੀ ਪੜਿਆ ਜਿਹੜਾ ਉਹ ਕੜਿਆ ਹੈ, ਜੇਤਾ ਪੜਿਆ ਤੇਤਾ ਕੜਿਆ। ਬਾਰ ਬਾਰ ਅਵਾਲੀ ਗਏ, ਬਾਰ ਬਾਰ ਅਵਾਲੀ ਗਏ, ਸਾਰਾ ਦੁੱਧ ਜਲ ਜੂਗਾ, ਨਾਸ ਹੋ ਜੂਗਾ।
ਜਦੋਂ ਗਰਮੇ ਕਰੀ ਗਏ ਸਾਰਾ ਫੁੱਕ ਜੂਗਾ। ਖੋਜ ਬੂਝੋ ਕਰਤ ਵਿਚਾਰਾ, ਖੋਜ ਬੂਝ ਜੇ ਖੋਜ ਕੇ ਬੁੱਝ ਲਵੇ, ਖੋਜਣ ਔਰ ਬੁੱਝਣ ਨੂੰ ਚਿਰ ਲੱਗਦਾ ਹੈ, ਖੋਜਣ ਬੁੱਝਣ ਨੂੰ ਚਿਰ ਲੱਗੂਗਾ। ਜੋ ਕਰਤ ਵਿਚਾਰਾ ਭਵਜਲ ਤਰਤਨ ਲਾਗੇ ਬਾਰਾ। ਭਾਵੇਂ ਜਲ ਤਰ ਨੂੰ ਚਿਰ ਨਹੀਂ ਲੱਗਦਾ, ਉਹਨੂੰ ਨਹੀਂ ਸਮਾਂ ਲੱਗਦਾ। ਸਮਾਂ ਸਿਰਫ ਖੋਜਣ ਬੁੱਝਣ ਨੂੰ ਲੱਗਦਾ। ਭਾਵੇਂ ਜਲ ਤਰਤ ਨਾ ਲੱਗਾ ਬਾਰਾ, ਫਿਰ ਨਹੀਂ ਲੱਗਦਾ। ਉਹ ਤਾਂ ਪੈਰ ਆ ਜਿਹੜਾ ਇੱਕ ਮਾਇਆ ਦੇ ਵਿੱਚ ਚੱਕ ਕੇ ਦੂਏ ਪਾਸੇ ਰੱਖ ਲੈਣਾ। ਫੈਸਲਾ ਕਰਨ ਨੂੰ ਚਿਰ ਲੱਗਣਾ, ਪੈਰ ਚੱਕਣ ਨੂੰ। ਇੱਕ ਪੈਰ ਮਾਇਆ ਚ, ਇੱਕ ਪੈਰ ਮਾਇਆ ਤੋਂ ਬਾਹਰ ਹੈ ਹੁਣ ਵੀ। ਦਰਪਤ ਇੱਕ ਸਿੰਘਾਸਣ ਸੋਇਆ, ਸੁਪਨੇ ਪਿਆ ਭੁਖਾਰੀ। ਇੱਕ ਪੈਰ ਬੈਠਾ ਤਾਂ ਤਖਤ ਤੇ ਹੀ ਹੈ। ਅਸਲ ਸਰੀਰ ਤਖਤ ਤੇ ਬੈਠਾ ਹੈ, ਸੁਪਨੇ ਵਾਲਾ ਸਰੀਰ ਬਾਹਰ ਹੈ। ਆ ਸਰੀਰ ਸੁਪਨੇ ਵਾਲਾ ਹੈ, ਅਸਲੀ ਨਹੀਂ ਹੈ। ਪਰ ਇਹਨੂੰ ਸੁਪਨੇ ਵਾਲਾ ਮੰਨੇ ਕੌਣ? ਕੌਣ ਮੰਨੇ ਇਹਨੂੰ ਸੁਪਨੇ ਵਾਲਾ? ਔਰ ਸੁਪਨੇ ਦੇ ਵਿੱਚ ਵੀ ਇਹੀ ਸਰੀਰ ਹੁੰਦਾ ਸਾਡੇ ਕੋਲ। ਜਿਹੜਾ ਸੁਪਨਾ ਰਹਿਣ ਕਾ ਹੁੰਦਾ ਇਹੀ ਸਰੀਰ ਹੁੰਦਾ। ਅਸਲ ਦੇ ਵਿੱਚ ਸਾਡਾ ਇਹੋ ਜਿਹਾ ਸਰੀਰ ਹੈ ਨਹੀਂ। ਇਹ ਸਰੀਰ ਨਹੀਂ ਹੈ ਸਾਡਾ, ਕਿਉਂਕਿ ਇਹ ਸਰੀਰ ਨੂੰ ਅਸੀਂ ਆਪਣਾ ਸਰੀਰ ਸਮਝਦੇ। ਇਸ ਕਰਕੇ ਸੁਪਨੇ 'ਚ ਇਹੋ ਜਿਹੇ ਸਰੀਰ ਦਾ ਸੁਪਨਾ ਹੁੰਦਾ। ਇਹ ਨਹੀਂ ਹੈਗਾ ਸਰੀਰ, ਇਹੋ ਜਿਹਾ ਨਹੀਂ ਸਰੀਰ ਹੈ ਆਪਣਾ। ਸਰੀਰ ਤਾਂ ਬੁੱਧ ਔਰ ਗਿਆਨ ਹੈ। ਜੇ ਇਹੋ ਜਿਹਾ ਹੋਵੇ ਉਹਦੀ ਫੋਟੋ ਨਾ ਬਣ ਜਾਵੇ, ਰੂਪ ਰੰਗ ਰੇਖ ਨਾ ਬਣ ਜਾਵੇ, ਫਿਰ ਰੇਖਾ ਖਿੱਚੀ ਨਾ ਜਾਵੇ। ਇਹ ਵੀ ਗੱਲ ਕਰਨ ਵਾਲੀ ਸੀ, ਸ਼ਾਇਦ ਕਦੇ ਹੋਈ ਹੋਈ ਨਹੀਂ। ਇਹ ਸਰੀਰ ਨਹੀਂ ਇਹੋ ਜਿਹਾ ਜਿਹੜਾ ਸੁਪਨੇ ਦਿੰਦੇ ਸਾਨੂੰ। ਇਹ ਤਾਂ ਸਾਨੂੰ ਭਰਮ ਹੈ ਵੀ ਸਾਡਾ ਸਰੀਰ, ਉਹ ਭਰਮ ਹੈ ਸਾਡਾ ਸਰੀਰ ਬਣ ਕੇ ਖੜਾ ਹੋ ਜਾਂਦਾ ਸੁਪਨੇ 'ਚ। ਜਿਹੜਾ ਸਾਡਾ ਅਸਲੀ ਸਰੀਰ ਹੈ ਨਾ, ਉਹ ਰੂਪ ਨਾ ਰੰਗ ਨਾ ਰੇਖ ਕੁਛ। ਤ੍ਰੈ ਗੁਣ ਤੇ ਪ੍ਰਭ ਭੈਨੋ, ਪ੍ਰਭ ਦੇ ਵਿੱਚ ਸਮਾ ਜਾਣਾ ਅਸੀਂ ਤਾਂ। ਪ੍ਰਭ ਤ੍ਰੈ ਗੁਣ ਤੇ ਫਿਰਨਾ, ਇਹਨੇ ਤਾਂ ਉਹ 'ਚ ਸਮਾ ਜਾਣਾ। ਉਹਦਾ ਹੀ ਸਰੀਰ ਰਹਿ ਜਾਣਾ, ਇਹ ਨਹੀਂ ਰਹਿਣਾ। ਪ੍ਰਭ ਵਾਲਾ ਸਰੀਰ ਹੈ ਅਸਲ 'ਚ ਸਾਡਾ। ਆ ਤਾਂ ਸੁਪਨੇ ਵਾਲਾ ਹੈ। ਇਹ ਨਹੀਂ ਸਰੀਰ ਹੈਗਾ। ਕਦੇ ਭੁਲੇਖਾ 'ਚ ਰਹੇ ਵੀ ਇਹ ਸਰੀਰ ਹੈ। ਸੁਪਨੇ 'ਚ ਇਹੋ ਜਿਹਾ ਹੀ ਦੀਦਾ, ਪਰ ਉਹ ਸਾਨੂੰ ਭਰਮ ਵਾਲਾ ਸਰੀਰ ਹੈ। ਉਹ ਵੀ ਉਹ ਨਹੀਂ ਹੁੰਦਾ ਸਰੀਰ, ਉਹ ਜਿਹਾ ਨਹੀਂ ਹੁੰਦਾ। ਇਹ ਜਿਹੜੀ ਜੋਤ ਸਰੀਰ 'ਚ ਹੈ, ਇਹਨੇ ਤਾਂ ਸਮਾ ਜਾਣਾ। ਜਿੱਥੋਂ ਪੈਦਾ ਹੋਈ ਹੈ ਉੱਥੇ, ਇਹਨੇ ਤਾਂ ਉੱਥੇ ਸਮਾ ਜਾਣਾ ਜਿੱਥੋਂ ਪੈਦਾ ਹੋਈ ਹੈ। ਜਦ ਅੰਤਰਮੁਖੀ ਰਹਿਣਾ ਇਹਨੇ, ਬਾਹਰ ਰਹਿਣਾ ਹੀ ਨਹੀਂ। ਜੋਤ ਨਹੀਂ ਰਹਿਣੀ ਬਾਹਰ, ਸਰੀਰ ਨਹੀਂ ਰਹਿਣਾ ਬਾਹਰ। ਖਰੇ ਅਗਲੀ ਗੱਲ ਹੈ, ਖੋਜ ਬੂਝੋ ਕਰਤ ਵਿਚਾਰਾ, ਤੋ ਭਵਜਲ ਤਰਤਨ ਲਾਵੇ ਬਾਰਾ। ਭਵਜਲ ਕੀ ਤਰਨਾ? ਅੰਦਰ ਸਮਾ ਗਿਆ, ਜਾ ਕੇ ਭਵਜਲ ਤਰ ਗਿਆ। ਜਿਆਦੇ ਬਾਹਰੋਂ ਸਮਾ ਗਿਆ ਅੰਦਰ ਆਪਣੇ ਮੂਡ ਦੇ ਵਿੱਚ। ਭਵਜਲ ਕੀ ਨਾ ਤਰਨਾ ਸੀ? ਭਵਜਲ ਇਹੋ ਸਰੀਰ ਹੈ। ਭਵਜਲ ਦਾ ਸਰੀਰ ਹੈ। ਜਿਉਂਦੇ ਨੇ ਸਰੀਰ ਤਿਆਗਣਾ ਸੀ, ਤਿਆਗਤਾ। ਭਵਜਲ ਤਰਨ ਦਾ ਤਾਂ ਐਵੇਂ ਇੱਕ ਗੱਲ ਕਹੀ ਹੋਈ ਹੈ। ਹੋਰ ਕਹਿਆ ਵੀ ਕੀ ਜਾਵੇ। ਜਲ ਦੇ ਉੱਤੇ ਤਾਂ ਤਰੀ ਦਾ ਹੀ ਹੁੰਦਾ, ਆ ਜਲ 'ਚ ਡੁੱਬ ਜਾਈਦਾ ਹੁੰਦਾ। ਜਦ ਭਾਵ ਜਲ ਕਹਿਤਾ ਤਾਂ ਫਿਰ ਆ ਉਹ 'ਚ ਡੁੱਬਿਆ ਹੁੰਦਾ, ਆ ਤਰਦਾ ਹੁੰਦਾ। ਹੋਰ ਕਹਿੰਦੇ ਵੀ ਕੀ? ਇਹ ਸਾਡੀ ਜਿਹੜੀ ਭਾਸ਼ਾ ਨਾ, ਇਹ ਵੀ ਹੁਣ ਪ੍ਰੋਬਲਮ ਹੈ ਨਾ। ਕੀ ਕਹੇ ਇੱਥੇ? ਸਸਾ ਸੋ ਸਹਿ ਸੇਜ ਸਵਾਰੈ, ਸੋਈ ਸਹੀ ਸੰਦੇਹ ਨਿਵਾਰੈ। ਫੇਰ ਕੌਣ ਰਹਿ ਜਾਂਦਾ? ਸੱਸਾ ਸੋ ਸਹਿ ਸੇਜ ਸਵਾਰੈ। ਜਿਸ ਵਕਤ ਇਹ ਉਹ 'ਚ ਲੀਨ ਹੋ ਜਾਂਦਾ ਜਾ ਕੇ, ਅਸਲ 'ਚ ਹਿਰਦਾ ਜਿਹੜਾ ਹੁੰਦਾ ਨਾ, ਫੇਰ ਸਿਮਰਦਾ। ਪਹਿਲਾਂ ਮਨ ਸਿਮਰਦਾ। ਪਹਿਲਾਂ ਤਾਂ ਮਨ ਜਿਹੜਾ ਹੈਗਾ ਇਹ ਸ਼ੁੱਧ ਕੀਤਾ ਹੈ। ਮਨ ਸ਼ੁੱਧ ਹੋ ਕੇ ਜਦੋਂ ਉਹ 'ਚ ਸਮਾ ਗਿਆ, ਬਾਕੀ ਦੀ ਜਿਹੜੀ ਕਮੀ ਰਹਿ ਗਈ ਉਹ ਆਪ ਕੱਢਦਾ। ਜਦੋਂ ਕਹਿੰਦਾ ਨਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ, ਫਿਰ ਉਹ ਬਾਕੀ ਸਮਾਰਦਾ ਜੋ ਜਿਹੜੀ ਕਮੀ ਰਹਿ ਗਈ।
ਘਰ 'ਚ ਸੋਈ ਸਹੀ ਸੰਦੇਹ ਨਿਵਾਰੈ। ਸਹੀ ਸੰਦੇਹ ਹੈ ਜਿਹੜਾ, ਪੂਰੀ ਸ਼ੰਕਾ ਫੇਰ ਨਿਵਾਰਨ ਹੁੰਦੀ ਹੈ ਜਦ ਇਹ ਬਾਹਰੋਂ ਉਹਦੇ 'ਚ ਸਮਾ ਜਾਂਦਾ। ਮਨ ਅਰ ਚਿੱਤ ਜਦ ਇੱਕ ਹੋ ਜਾਂਦਾ, ਜਦ ਮਨ ਦੀ ਹੋਂਦ ਖਤਮ ਹੋ ਜਾਂਦੀ ਹੈ ਕਹਿ ਲਓ, ਅਸਲ ਦੇ ਵਿੱਚ ਸ਼ੰਕਾ ਉਹ ਤੋਂ ਬਾਅਦ ਦੂਰ ਹੁੰਦੀ। ਸ਼ੰਕਾ ਦੂਰ ਹੋਈ ਤੋਂ ਮਨ ਨਹੀਂ ਮਿਲਦਾ। ਮਨ ਛੱਡਦਾ ਗੁਰਬਾਣੀ ਨੂੰ ਸਮਝ ਕੇ, ਮੰਨ ਕੇ। ਕੁਝ ਇਹੋ ਜਿਹੀਆਂ ਗੱਲਾਂ ਵੀ ਨੇ ਜਿਹਨੂੰ ਮਨ ਮੰਨਦਾ ਨਹੀਂ ਹੁੰਦਾ, ਉਹੀ ਕਹੀਆ ਵੀ ਇਹਨੂੰ ਗੁਰਸਿੱਖੋ ਸੱਚ ਕਰਕੇ ਮੰਨੋ ਬਾਣੀ ਨੂੰ। ਕੁਝ ਐਸੀਆਂ ਗੱਲਾਂ ਨੇ ਜਿਹਦਾ ਇਹਨੂੰ ਸੰਦੇਹ ਹੁੰਦਾ ਹੈ, ਪਰ ਮੰਨ ਕੇ ਉਹ ਆਪਣੇ ਮੂਲ 'ਚ ਸਮਾ ਜਾਂਦਾ, ਮੂਲ ਨਾਲ ਜੁੜ ਜਾਂਦਾ। ਫੇਰ ਉਹ ਬਾਕੀ ਦੇ ਸੰਦੇਹ ਫੇਰ ਦੂਰ ਹੁੰਦੇ ਨੇ। ਬਾਕੀ ਦੇ ਸੰਦੇਹ ਤਾਂ ਫੇਰ ਦੂਰ ਹੁੰਦੇ ਨੇ ਤ੍ਰਿਕੁਟੀ ਛੁੱਟੀ ਤੇ ਬਾਅਦ। ਅੰਦਰ ਬੈਠੇ ਤੇ ਇੱਕ ਵਾਰ ਇੱਕ ਚਿੱਤ ਹੋਏ ਤੇ ਬਾਅਦ ਸੰਦੇਹ ਦੂਰ ਹੁੰਦੇ ਨੇ। ਕਹੋ ਕੁਛ ਅਸਲੀ ਸੰਦੇਹ, ਸਾਰੀਆਂ ਸ਼ੰਕਾਵਾਂ ਤਾਂ ਇੱਕ ਵਾਰ ਇੱਕ ਚਿੱਤ ਹੋ ਕੇ ਜਦ ਰਹਿੰਦਾ ਫੇਰ ਦੂਰ ਹੁੰਦੀਆਂ ਨੇ। ਪਹਿਲਾਂ ਤਾਂ ਮੋਟੀਆਂ ਗੱਲਾਂ ਹੀ ਨੇ ਸਮਝਾਈ ਹੋਈ ਵੀ ਭਾਈ ਜਿੰਨਾ ਧਨ ਇਕੱਠਾ ਕਰਨਾ ਹੈ ਤਾਂ ਇਹ ਇੱਥੇ ਰਹਿ ਜਾਣਾ। ਸਾਰਾ ਦਿਨ ਉਹ ਤੂੰ ਕੰਮ ਕਰਦਾ, ਉਹ ਕਿਰਤ ਕਰਦਾ, ਉਹਦੇ ਪਿੱਛੇ ਤੈਂ ਸਾਰੀ ਜ਼ਿੰਦਗੀ ਲਾਤੀ, ਉਹ ਸੰਸਾਰ ਪਿੱਛੇ, ਜਿਹੜੇ ਸੰਸਾਰ ਦਾ ਇੱਕ ਤਸੂ ਜਿੰਨਾ ਵੀ ਤੇਰੇ ਨਾਲ ਨਹੀਂ ਜੁੜਦਾ। ਪਹਿਲਾਂ ਤਾਂ ਇਹੀ ਗੱਲ ਸਮਝਾਈ ਹੈ। ਜੇ ਇਹ ਗੱਲ ਇਹਦੇ ਅਕਲ 'ਚ ਆ ਜਾਵੇ ਫਿਰ ਪਲਟਾ ਖਾ ਜਾਂਦਾ। ਜੇ ਇਹਦੀ ਸਮਝ 'ਚ ਗੱਲ ਆ ਜਾਵੇ ਵੀ ਗੱਲ ਤਾਂ ਠੀਕ ਹੈ, ਫੇਰ ਪਲਟਾ ਖਾ ਜਾਂਦਾ। ਪਹਿਲਾਂ ਤਾਂ ਬਾਹਰਲੀ ਗਿਆਨ, ਮਾਇਆ ਦਾ ਗਿਆਨ। ਬਾਕੀ ਜਿਹੜੇ ਸੰਦੇਹ ਰਹਿ ਜਾਂਦੇ ਨੇ, ਇਹੋ ਜਿਹੀਆਂ ਗੱਲਾਂ ਬਹੁਤ ਨੇ ਜਿਹੜੀਆਂ ਬਾਹਰ ਮੰਨਣ ਯੋਗ ਨਹੀਂ ਹੈ। ਹੁਣ ਭਵਜਲ ਤਰਤ ਨਾ ਲਾਗੇ 12 ਵਾਲੀ ਗੱਲ ਮੰਨਣ ਯੋਗ ਹੈ ਕੀ? ਹੁਣ ਸਾਨੂੰ ਤਾਂ ਪਤਾ ਹੀ ਨਹੀਂ ਕੀ ਤਰਤ ਹੈ। ਇਹ ਸੰਦੇਹ ਜਿਹੜੇ ਨੇ ਗਾਹਾਂ ਜਾ ਕੇ ਪਤਾ ਲੱਗੂ। ਭਵਜਲ ਤਰਤ ਨਾ ਲਾਗੇ 12 ਸੁਣਤਾ ਸੀ ਲਿਆ, ਪਰ ਪਤਾ ਤਾਂ ਜਦੇ ਲੱਗੂ ਜੇ ਤਰਾਂਗੇ ਕੀ ਧਰਨਾ ਕੀ ਹੁੰਦਾ ਹੈ, ਉੱਭਰਨਾ ਕੀ ਹੈ, ਡੁੱਬਣਾ ਕੀ ਹੈ। ਪਹਿਲਾਂ ਤਾਂ ਡੁੱਬੇ ਨੇ। ਕਬੀਰ ਕਹਿੰਦਾ ਬੂਢਾ ਥਾਂ ਉੱਭਰਿਆ। ਜਿੰਨਾ ਚਿਰ ਮਾਲਾ ਫੇਰਦਾ ਡੁੱਬਿਆ ਹੋਇਆ, ਲੋਕ ਕਹਿੰਦੇ ਨੇ ਭਗਤ। ਉਹ ਆਪ ਕਹਿੰਦਾ ਮੈਂ ਡੁੱਬਿਆ ਹੋਇਆ। ਉਹ ਜਿਹੜੀ ਬਾਣੀ ਕਬੀਰ ਦੀ ਹੈ ਨਾ, ਗੁਰੂ ਗੋਬਿੰਦ ਦੋ ਖੜੇ, ਉਹ ਡੁੱਬੇ ਹੋਏ ਦੀ ਉਚਾਰਨ ਕੀਤੀ ਹੋਈ ਹੈ। ਉਹ ਸਾਰੀ ਬਾਣੀ ਜਿਹੜੀ ਆ ਬਾਣੀ ਹੈ ਨਾ, ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਦਰਜ, ਇਹ ਉਚਾਰਨ ਕੀਤੀ ਹੈ ਬਾਹਰ ਆਏ ਨੇ ਤਰ ਕੇ। ਉਹ ਡੁੱਬੇ ਹੋਏ ਨੇ ਉਚਾਰਨ ਕੀਤੀ ਹੈ। ਤਾਂ ਹੀ ਤਾਂ ਗੁਰੂ ਨੂੰ ਗੋਬਿੰਦ ਨੂੰ ਦੋ ਇੱਕ ਅੱਡ ਅੱਡ ਕਹੀ ਜਾਂਦਾ। ਗੋਬਿੰਦ ਔਰ ਗੁਰੂ ਦੋ ਸਮਝਦਾ ਉਦੋਂ। ਜਦ ਦੇਖਿਆ ਨੇੜੇ ਜਾ ਕੇ, ਅੰਦਰ ਦੇਖਿਆ ਤਾਂ ਦੋ ਇੱਕ ਨੇ, ਦੋ ਤਾਂ ਹੈ ਹੀ ਨਹੀਂ। ਗੁਰੂ ਔਰ ਗੋਬਿੰਦ ਇੱਕ ਹੁੰਦੇ ਨੇ। ਅਸੀਂ ਵੀ ਡੁੱਬੇ ਹੋਏ ਹਾਂ ਸਿੱਖ ਸਾਰੇ, ਤਾਂ ਹੀ ਵਿਅਕਤੀ ਨੂੰ ਗੁਰੂ ਕਹੀ ਜਾਂਦੇ। ਮੇਰਾ ਵੈਦ ਗੁਰੂ ਗੋਬਿੰਦਾ, ਜਿਹੜਾ ਉਹੀ ਵੈਦ ਹੈ, ਉਹੀ ਗੁਰੂ ਹੈ। ਜੇ ਗੋਬਿੰਦਾ ਗੁਰੂ ਹੈ, ਜੇ ਗੋਬਿੰਦ ਜਿਹੜਾ ਲਫ਼ਜ਼ ਆਇਆ ਹੋਇਆ ਇਹਦੇ 'ਚ ਉਹ ਗੁਰੂ ਹੈ, ਫਿਰ ਨਾਨਕ ਗੁਰੂ ਨਹੀਂ। ਨਾਨਕ ਨੇ ਗੋਬਿੰਦ ਦੀ ਭਗਤੀ ਕੀਤੀ ਹੈ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਤਨ ਗੋਬਿੰਦ ਦਿਓ। ਗੋਬਿੰਦ ਤਾਂ ਗੁਰੂ ਹੈ, ਗੁਰੂ ਦੀ ਤਾਂ ਭਗਤੀ ਕੀਤੀ ਹੈ ਨਾਨਕ ਨੇ। ਨਾਨਕ ਨੂੰ ਅਸੀਂ ਗੁਰੂ ਬਣਾਤਾ। ਡੁੱਬੇ ਹੋਇਆ ਸਾਰੇ ਸਿੱਖ, ਉੱਭਰਿਆ ਕੋਈ ਨਹੀਂ ਹੋਇਆ। ਗੁਰਬਾਣੀ ਕੋਲ ਆ ਡੁੱਬੇ ਹੋਏ। ਫਿਰ ਇਹ ਤਾਂ ਡੁੱਬੇ ਹੋਇਆ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ। ਭੱਟ ਕਹਿ ਰਹੇ ਨੇ ਗੱਲ ਨੂੰ, ਭੱਟ ਸਿੱਖ ਨੇ। ਕਿੱਡੀ ਭੱਟਾਂ ਦੀ ਬਾਣੀ ਐਵੇਂ ਨਹੀਂ ਨਾਨਕ ਨੇ ਉੱਥੇ ਪੰਜਵੇਂ ਪਾਤਸ਼ਾਹ ਨੇ ਦਰਜ ਕਰਤੀ। ਜੁਰਤ ਸੀ ਉਹਨਾਂ ਦੀ ਗੱਲ ਕਹਿਣ ਦੀ। ਸਾਡੇ ਜੁਰਤ ਹੈ ਨਹੀਂ ਕਿਸੇ 'ਚ ਗੱਲ ਕਹਿ ਦਈਏ। ਡਰਦੇ ਗੱਲ ਕਹਿੰਦੇ। ਸੱਚ ਬੋਲਣੋਂ ਡਰਦੇ। ਸੱਚ ਬੋਲੋ, ਜਿਹੜਾ ਡਰਦਾ ਨਰਕ ਚਲਿਆ ਜਾਂਦਾ।
ਨਰਕ 'ਚ ਰਹਿੰਦਾ। ਔਰ ਨਰਕ 'ਚ ਰਹਿਣਗੇ ਸਿੱਖ ਜਿਹੜੇ ਇਹੋ ਜਿਹੇ ਨੇ ਜਿਹੜੇ ਸੱਚ ਬੋਲਣ ਤੇ ਡਰਦੇ ਨੇ। ਨਿਰਭੈ ਹੋਏ ਹੀ ਨਹੀਂ। ਨਿਰਭੈ ਕਿਵੇਂ ਹੋ ਗਏ? ਪੱਟ ਕਹਿ ਰਿਹਾ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਤਨ ਗੋਬਿੰਦ ਦਿਓ। ਗੋਬਿੰਦ ਗੁਰੂ ਹੈ, ਅਸੀਂ ਕਹਿੰਦੇ ਨਾਨਕ ਗੁਰੂ ਹੈ। ਅਸੀਂ ਆਦਮੀ ਨਾਲ ਜੁੜ ਗਏ। ਗੋਬਿੰਦ ਅਸਲੀ ਗੁਰੂ ਛੱਡਤਾ, ਨਕਲੀ ਨਾਲ ਜੁੜ ਗਏ। ਕ੍ਰੀਏਟ ਕਰ ਲਿਆ ਨਕਲੀ, ਅਸੀਂ ਆਪਣਾ ਬਣਾ ਲਿਆ। ਮੂਰਤੀ ਪੂਜਾ ਵਾਲੇ ਥੋਵਾਂਗੇ। ਮੂਰਤੀ ਪੂਜਾ ਉਹਨਾਂ ਨੇ ਕੀ ਕਿਹਾ ਸੀ? ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕੇ ਭਗਵਾਨ। ਜਿਸਕੇ ਦਿਏ ਰਹੇ ਅਗਾਏ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਮਾਰੇ ਰਾਖੇ ਏਕੋ ਆਪ, ਮਾਨਸ ਕੇ ਕੁਛ ਨਹੀਂ ਹਾਥ। ਇਹ ਗੱਲ ਅਸੀਂ ਮੰਨੀ। ਮਾਨਸ ਕੇ ਕੁਛ ਨਹੀਂ ਹਾਥ ਵਾਲੀ ਗੱਲ ਮੰਨੀ। ਝੂਠੀਆਂ 20 ਸਾਖੀਆਂ ਘੜ ਲਈਆਂ ਸੀ। ਨਾਨਕ ਦਾ ਜੀ ਜਨਮ ਨਹੀਂ ਹੋਇਆ ਜੀ, ਇਹ ਹੋਇਆ ਉਹ ਹੋਇਆ। ਕੀ ਫਾਇਦਾ ਇਹਨਾਂ ਗੱਲਾਂ ਦਾ? ਜਿਹਨੇ ਡੁੱਬਣੇ ਡੁੱਬਿਆ ਰਹੇ। ਗੁਰਬਾਣੀ ਨੂੰ ਮੰਨਣ ਜੋਗੀ ਵੀ ਸਾਡੇ ਕੋਲ ਹੌਸਲਾ ਨਹੀਂ ਜੁਟਾ ਰਹੇ। ਅਸੀਂ ਜੋ ਗੁਰਬਾਣੀ 'ਚ ਲਿਖਿਆ ਹੋਇਆ ਉਹ ਕਹਿਣ ਦਾ ਵੀ ਹੌਸਲਾ ਨਹੀਂ ਜੁਟਾ ਰਹੇ। ਅੰਦਰ ਕਮਜ਼ੋਰ ਹੈ ਅਸਲ ਦੇ ਵਿੱਚ। ਮਾਇਆ ਦੀ ਭੁੱਖ ਸਾਡੀ ਗਈ ਨਹੀਂ। ਅਸੀਂ ਤਾਂ ਗੁਰਦੁਆਰੇ ਜਾ ਕੇ ਵੀ ਮਾਇਆ ਹੀ ਮੰਗਦੇ। ਕਿੰਨੀਆਂ ਅਰਦਾਸਾਂ ਰੋਜ਼ ਗੁਰਦੁਆਰੇ ਹੁੰਦੀਆਂ ਨੇ ਜਾ ਕੇ ਕੁਛ ਮੰਗਣ ਦੀਆਂ। ਕੋਈ ਵੀ ਆਦਮੀ ਦੱਸੇ ਕਿ ਮੈਂ ਗੁਰਦੁਆਰੇ ਦੀ ਅਰਦਾਸ ਤੋਂ ਅਗਾਏ ਹੋ ਗਿਆ, ਮੈਨੂੰ ਸੰਤੋਖ ਆ ਗਿਆ। ਜਿਸਕੇ ਦਿਏ ਰਹੇ ਅਗਾਏ ਕੌਣ ਹੋਇਆ? ਫਿਰ ਗੁਰੂ ਤਾਂ ਹੈਗਾ, ਅਗਾਏਗਾ ਤੇ ਨਹੀਂ ਹੋਇਆ ਕੋਈ। ਕਿਸੇ ਦੀ ਭੁੱਖ ਦੂਰ ਹੋਈ ਹੈ? ਜੇ ਨਹੀਂ ਹੋਈ ਫਿਰ ਦੇਖ ਲਓ ਵੀ ਇਹ ਗੱਲ ਕੁਛ ਗੜਬੜ ਹੈ ਕਿਤੇ। ਜਿਹੜੀ ਦਵਾਈ ਕੰਮੇ ਨਹੀਂ ਕਰਦੀ ਉਹਨੂੰ ਛੱਡ ਦਿਓ। ਇੱਥੋਂ ਖੋਜ ਲਓ ਵੀ ਗਲਤ ਤਾਂ ਨਹੀਂ ਖੋਜ ਲਈ। ਖਬਰੇ ਖੋਜ ਪਰੇ ਮਤ ਕੋਈ। ਕਹਿੰਦੇ ਨਾ ਪਾਓ ਖੋਜ। ਹੁਣ ਅਸੀਂ ਖੋਜ ਨਹੀਂ ਪਏ ਹੋਏ। ਹੁਣ ਅਸੀਂ ਕਹਿੰਦੇ ਸਿੱਖੀ ਹੈ ਨਹੀਂ। ਸਿੱਖੀ ਹੋਰ ਗੱਲ ਹੈ। ਸਿੱਖੀ ਦਾ ਸੰਬੰਧ ਸਰੀਰ ਨਾਲ ਹੈ ਹੀ ਨਹੀਂ। ਕੱਪੜੇ ਜਿਹੇ ਜਿਹੇ ਮਰਜ਼ੀ ਪਾ ਲਓ। ਫਰੀਦ ਸਿੱਖ ਆ, ਫਰੀਦ ਦੀ ਬਾਣੀ ਹੈ ਇੱਥੇ। ਕਿ ਉਹ ਸਾਡੇ ਵਰਗੇ ਕੱਪੜੇ ਸੀ ਉਹਦੇ। ਕਬੀਰ ਦੀ ਬਾਣੀ ਪੜ੍ਹਦੇ ਹਾਂ ਅਸੀਂ। ਕਿ ਕਬੀਰ ਸਿੱਖ ਸੀ। ਸਿੱਖੀ ਦਾ ਕੋਈ ਸੰਬੰਧ ਨਹੀਂ ਇਹਨਾਂ ਗੱਲਾਂ ਨਾਲ ਜਿਹੜੇ ਕਕਾਰ ਲਈ ਫਿਰਦੇ ਹਾਂ ਅਸੀਂ। ਉਹ ਫੌਜ ਦੀ ਵਰਦੀ ਆ। ਉਹ ਡਿਸਪਲਿਨ ਹੈ, ਹੋਰ ਚੀਜ਼ ਆ। ਬਾਹਰਲੀ ਗੱਲ ਆ। ਟੀਮਾਂ ਖੇਲਦੀਆਂ ਨੇ, ਉਹਨਾਂ ਦੀ ਆਪਣੀ ਆਪਣੀ ਵਰਦੀ ਹੁੰਦੀ ਹੈ। ਤੇ ਵਰਦੀ ਇਹਦਾ ਕੀ ਹੈ? ਤਾਂ ਉਦੋਂ ਫੌਜ ਸੀ, ਲੜਾਈ ਹੋਈ ਸੀ, ਜੰਗ ਹੁੰਦੀ ਸੀ, ਸਾਨੂੰ ਲੋੜ ਪਈ ਸੀ ਵਰਦੀ ਦੀ। ਨਿਸ਼ਾਨੀ ਹੈ ਵੱਖਰੀ ਉਹ ਸਾਡੀ। ਪਰ ਜੇ ਆ ਹੈ ਨਹੀਂ, ਜੇ ਬੱਲਾ ਫੜਨਾ ਨਹੀਂ ਆਉਂਦਾ, ਵਰਦੀ ਪਾ ਕੇ ਥੋੜੀ ਉਹ ਸੈਂਚਰੀ ਮਾਰ ਦੂਗਾ। ਉਹਦੇ ਵਾਲੀ ਟੀ-ਸ਼ਰਟ ਪਾ ਕੇ ਸੈਂਚਰੀ ਮਾਰ ਦੂ, ਜਾਂ ਉਹਦੇ ਵਾਲੇ ਬੱਲੇ ਨਾਲ ਸੈਂਚਰੀ ਮਾਰ ਦੂਗਾ। ਉਹ ਤਾਂ ਬਰੈਂਡ ਨਾਲ ਵੀ ਮਾਰ ਦੂ ਸੈਂਚਰੀ। ਜਿਹੜਾ ਮਾਰ ਸਕਦਾ ਉਹਨੂੰ ਨਹੀਂ ਫਰਕ ਪੈਂਦਾ। ਸੈਂਚਰੀ ਨਾਲ ਬਰੈਂਡ ਦਾ ਵਰਦੀ ਦਾ ਕੋਈ ਸੰਬੰਧ ਨਹੀਂ ਹੈ। ਅਸੀਂ ਵਰਦੀ ਨੂੰ ਸਭ ਕੁਝ ਬਣਾ ਲਿਆ। ਡੁਬੋਤੇ ਵਾ ਡੁੱਬ ਗਏ। ਇਸੇ ਦੀ ਨਿੰਦਿਆ ਕੀਤੀ, ਭੇਸ ਦੀ ਤਾਂ ਨਿੰਦਿਆ ਕੀਤੀ ਹੈ ਬਾਣੀ ਜਗ੍ਹਾ ਜਗ੍ਹਾ। ਪੇਟ ਦਿਖਾਇਓ ਜਗਤ ਕੋ, ਲੋਗਨ ਕੋ ਬਸਕੀਨ। ਅਸੀਂ ਫੇਰ ਭੇਸ ਦੇ ਜੁੜੇ ਹੋਏ। ਫੇਰ ਬਣਾ ਲਿਆ। ਕਿਸੇ ਨੇ ਸੰਤਾਂ ਦਾ ਬਣਾਇਆ ਹੈ, ਕਿਸੇ ਨੇ ਕਿਸੇ ਦਾ ਬਣਾਇਆ, ਕਿਸੇ ਨੇ ਕਿਸੇ ਦਾ ਬਣਾਇਆ ਹੈ। ਹਾਂਜੀ। ਅਲਪ ਸੁਖ ਛਾੜ ਪਰਮ ਸੁਖ ਭਾਵਾ, ਤਬ ਇਹ ਤ੍ਰਿਆ ਉਹ ਕੰਤ ਕਹਾਵਾ। ਅਸਲ ਦੇ ਵਿੱਚ ਅਲਪ ਸੁਖ ਨੇ ਜਿਹੜੇ ਸੰਸਾਰੀ ਸੁਖ, ਇਹ ਸਾਨੂੰ ਸਿੱਖੀ ਵੱਲ ਜਾਣੇ ਨਹੀਂ ਦਿੰਦੇ। ਜਤਨ ਬਹੁਤ ਸੁੱਖ ਕੋ ਕੀਏ। ਜਿਹੜੇ ਸੁੱਖਾਂ ਦੇ ਜਤਨ ਨੇ ਨਾ, ਸੁੱਖ ਬਹੁਤ ਨੇ, ਦੁੱਖ ਬਹੁਤ ਨੇ। ਦੁੱਖਾਂ ਨੂੰ ਸੁੱਖਾਂ 'ਚ ਬਦਲਦੇ, ਸਾਰੀ ਜ਼ਿੰਦਗੀ ਬਦਲਦੇ ਰਹਿੰਦੇ ਆ। ਫਿਰ ਵੀ ਸਾਰੇ ਦੁੱਖ ਜਿਹੜੇ ਨੇ ਸੁੱਖਾਂ 'ਚ ਬਦਲ ਨਹੀਂ ਹੁੰਦੇ। ਜਤਨ ਬਹੁਤ ਸੁੱਖ ਕੋ ਕੀਏ, ਦੁੱਖ ਕੋ ਕੀਓ ਨਾ। ਦੁੱਖ ਦਾ ਤਾਂ ਕੋਈ ਜਤਨ ਨਹੀਂ ਕੀਤਾ।
ਪਰ ਸੰਸਾਰ ਵਿੱਚ ਸੁੱਖਾਂ ਨੂੰ ਦੁੱਖ ਜ਼ਿਆਦਾ ਮਿਲੇ ਸਾਨੂੰ, ਉਹਦਾ ਅਸੀਂ ਯਤਨ ਨਹੀਂ ਕੀਤਾ, ਉਹ ਕਿੱਥੋਂ ਮਿਲ ਗਏ। ਇਸ਼ਾਰਾ ਹੈ ਭਾਣੇ ਨਾਲ ਦੁੱਖ ਸੁੱਖ ਨੇ, ਸਾਡੇ ਯਤਨ ਨਾਲ ਨਾ ਦੁੱਖ ਹੈ ਨਾ ਸੁੱਖ ਹੈ। ਜੇ ਸੁੱਖ ਯਤਨ ਨਾ ਆਉਂਦੇ ਤਾਂ ਦੁੱਖ ਵੀ ਯਤਨ ਨਾ ਆਉਂਦੇ। ਦੁੱਖ ਵੀ ਤਾਂ ਯਤਨ ਨਾਲੇ ਹੋਣੇ ਚਾਹੀਦੇ ਨੇ। ਘਾਟਾ ਤਾਂ ਪਊ ਜੇ ਵਪਾਰ ਕਰੋਗੇ, ਵਾਧਾ ਵੀ ਤਾਂ ਹੋਊ ਜੇ ਵਪਾਰ ਕਰੋਗੇ। ਜੇ ਵਪਾਰ ਹੀ ਨਹੀਂ ਕਰਦੇ, ਨਾ ਘਾਟਾ ਨਾ ਵਾਧਾ। ਦੁੱਖ ਵੀ ਵਪਾਰ ਚੋਂ ਮਿਲਣਾ, ਘਾਟਾ ਸੁੱਖ ਵੀ ਵਪਾਰ ਚੋਂ ਮਿਲਣਾ। ਯਤਨ ਕਰਨਾ ਵਪਾਰ ਹੈ। ਜੇ ਸੁੱਖ ਯਤਨ ਨਾਲ ਹੈ ਤਾਂ ਦੁੱਖ ਵੀ ਯਤਨ ਨਾਲ ਹੈ। ਘਾਟਾ ਦੁੱਖ ਹੈ, ਵਾਧਾ ਸੁੱਖ ਹੈ। ਦੁੱਖ ਆਪਣੇ ਆਪ ਨਹੀਂ ਆ ਸਕਦੇ, ਘਾਟਾ ਆਪਣੇ ਆਪ ਨਹੀਂ ਪੈ ਸਕਦਾ। ਉਹੀ ਕਾਰਨ, ਉਹੇ ਜਿਹੇ ਕਾਰਨ ਸੁੱਖ ਪਿੱਛੇ ਨੇ, ਉਹੇ ਜਿਹੇ ਕਾਰਨ ਦੁੱਖ ਪਿੱਛੇ ਨੇ। जब कुछ पावत तो गर्व करता है, माया गई तो रोवण लगता है। होया ना, माया मिली तो हसदा है, माया जाती है फिर रोंदा, दुख होंदा। व्यापार के दुख सुख है। जे व्यापार करता ही नहीं, घाटा पै ही नहीं सकता। व्यापार करता ही नहीं, वाधा हो ही नहीं सकता। दोए यतन नाल ने संबंधित नहीं। पर कहते दुख कैसे हो गए, किवें हो गए? यतन तो सुख दे कीते ने। दोए हुक्म दे नाल ने दुख और सुख। जिद्दण इहनूं ये समझ आ गई दुख सुख यतन नाल मेरे नाल नहीं है, संबंध हुक्म नाल ने, फिर की करता है? ਅਲਪ ਸੁਖ ਛਾੜ, ਜਿਹੜੇ ਸੰਸਾਰੀ ਸੁਖ ਨੇ ਇਹਨਾਂ ਦੀ ਇੱਛਾ ਹੀ ਛੱਡ ਦਿੰਦੇ ਵੀ ਜਦ ਮੇਰੇ ਘਰੇ ਹੋਣੇ ਹੀ ਨਹੀਂ, ਮੈਂ ਇਹਨੂੰ ਤਿਆਗ ਕੇ ਕਿਉਂ ਨਾ ਦੇਵਾਂ। ਘਾਟਾ ਵਾਧਾ ਤਾਂ ਮੇਰੇ ਵੱਸ ਦੀ ਗੱਲ ਹੀ ਹੈ। ਨਿਊਟਰਲ ਗੇਅਰ ਕਰ ਦਿੰਦੇ। ਸੰਸਾਰੀ ਸੁੱਖ ਔਰ ਦੁੱਖ ਨੂੰ ਬਰਾਬਰ ਮੰਨ ਲੈਂਦੇ, ਬਲਕਿ ਦੁੱਖਾਂ ਨੂੰ ਸੁੱਖਾਂ ਨੂੰ ਚੰਗੇ ਮੰਨ ਲੈਂਦੇ। ਦੁੱਖ ਦਾਰੂ ਸੁੱਖਾਂ ਨੂੰ ਰੋਗ ਮੰਨਦਾ, ਵੀ ਸੁੱਖਾਂ 'ਚ ਭੁੱਲ ਜਾਂਦਾ। ਫਿਰ ਇਹ ਤਬਦੀਲੀ ਆਉਂਦੀ ਹੈ। ਇੱਕ ਅਲਪ ਸੁੱਖ ਛਾੜ ਪਰਮ ਸੁਖ ਪਾਵਾ। ਜਿਹਦਾ ਅਲਪ ਸੁੱਖ ਛੱਡ ਦਿੰਦਾ ਫਿਰ ਇਹਨੂੰ ਪਰਮ ਸੁੱਖ ਮਿਲ ਜਾਂਦਾ। ਅਸਲ 'ਚ ਸ਼ਾਂਤੀ ਫਿਰ ਮਿਲਦੀ ਹੈ ਇਹਨੂੰ। ਸੰਸਾਰੀ ਦੁੱਖ ਸੁੱਖ ਦੀ ਜਦ ਇੱਛਾ ਹੀ ਤਿਆਗ ਦਿੰਦਾ, ਸੁੱਖ ਇਹਨੂੰ ਜਦੇ ਮਿਲ ਜਾਂਦਾ ਹੈ। ਪਰਮ ਸੁੱਖ ਭਾਣੇ 'ਚ ਆ ਜਾਂਦਾ, ਸੁੱਖ ਜਦੇ ਮਿਲ ਜਾਂਦਾ। ਤਬ ਇਹ ਤ੍ਰਿਆ ਉਹ ਕੰਤ ਕਹਾਵਾ। ਫੇਰ ਇਹਦਾ ਨਾਂ ਤ੍ਰਿਆ। ਪਹਿਲਾਂ ਇਹਦੇ ਨਾਲ ਪਲੰਗ ਲੱਗਿਆ ਹੋਇਆ, ਜਦ ਭਾਣੇ 'ਚ ਹੈ ਫਿਰ ਇਹ ਜਿਹੜੀ ਜੋਤ ਹੈ ਭਾਣੇ ਦੇ ਵਿੱਚ ਜਦ ਆ ਗਈ ਨਾ, ਇਹ ਇੱਕ ਹੈ ਜਿਹੜਾ, ਇਹਦਾ ਹੀ ਨਾਂ ਤ੍ਰਿਆ। ਬੁੱਧੀ ਹੈ ਨਾ, ਵਿਵੇਕ ਬੁੱਧੀ, ਉਹ ਕੰਤ ਕਹਾਵਾ। ਇਹ ਤ੍ਰਿਆ ਦੇ ਚਰਿੱਤਰ ਨੇ। ਉਹ ਇਸਤਰੀ ਚਰਿੱਤਰ ਨਹੀਂ ਹਨ, ਉਹ ਔਰਤ ਚਰਿੱਤਰ ਨਹੀਂ, ਇਹ ਤ੍ਰਿਆ ਚਰਿੱਤਰ ਨੇ। ਉਹ ਆਹ ਤ੍ਰਿਆ ਆਦਿ ਗੁਰੂ ਗ੍ਰੰਥ ਸਾਹਿਬ ਤੋਂ ਤ੍ਰਿਆ ਲਿਆ ਹੈ ਲਫ਼ਜ਼ ਨਹੀਂ। ਔਰਤ ਚਰਿੱਤਰ ਹੁੰਦੇ ਉੱਥੇ ਲਿਖੇ ਹੋਏ। ਇੱਥੇ ਔਰਤ ਮਰਦਾਂ ਸਾਜੇ, ਔਰਤ ਵੀ ਆਇਆ ਹੈ ਲਫ਼ਜ਼। ਇਹ ਬੁੱਧੀ ਦੇ ਚਰਿੱਤਰ ਨੇ। ਉਹ ਸਭ ਅਕਲ ਦੀ ਔਕਾੜ ਹੈ, ਅਕਲੇ ਕਰ ਰਹੀ ਹੈ, ਖੜਾ ਰਹੀ ਹੈ ਸਾਰੀ ਗੱਲ। ਆ ਤ੍ਰਿਆ ਇੱਥੇ ਆਉਂਦਾ। ਤ੍ਰਿਆ ਉਹ ਸਾਰੇ ਧਾਰਮਿਕ ਬਣੀਆਂ ਹੋਈਆਂ ਨੇ ਔਰਤਾਂ ਔਰ ਆਦਮੀ, ਜਿਹੜੇ ਇੱਕ ਦੂਜੇ ਨਾਲ ਫਰਾਡ ਕਰ ਰਹੇ ਨੇ। ਉੱਥੇ ਦਿਖਾਏ ਨੇ ਤ੍ਰਿਆ, ਉੱਥੇ ਦਿਖਾਏ ਨੇ ਤ੍ਰਿਆ ਚਰਿੱਤਰ ਦੇ। ਕੋਈ ਵੀ ਬਿਨਾਂ ਧਾਰਮਿਕ ਹੈ ਨਹੀਂ। ਧਾਰਮਿਕ ਬੰਦੇ ਦੀਆਂ ਬੁੱਧੀਆਂ ਨੇ ਉੱਥੇ ਇੱਕ ਦੂਜੇ ਧਾਰਮਿਕ, ਹਾਂ ਧਾਰਮਿਕ ਵੀ ਲਾਉਣ ਦੀ ਕੋਸ਼ਿਸ਼ ਕਰ ਰਹੇ ਇੱਕ ਦੂਜੇ ਨੂੰ। ਪਲੈਨਿੰਗ ਹੈ ਉਹਨਾਂ ਦੀ ਆਪਣੀ ਆਪਣੀ। ਧਰਮ ਦੇ ਨਾਂ ਤੇ ਧਰਮ ਦਾ ਭੇਸ ਹੈ, ਗੱਲ ਕੁਛ ਹੋਰ ਹੈ। ਜਿਵੇਂ ਕੋਈ ਡੇਰਾ ਬਣਾ ਕੇ ਸਮੈਕ ਵੇਚਣ ਲੱਗ ਜੇ ਵੀ ਇੱਥੇ ਆਉਂਦੇ ਨਹੀਂ, ਉਹ ਮਤਲਬ ਪੁਲਿਸ ਵਾਲੇ ਨਹੀਂ ਆਉਂਦੇ, ਜਾਂ ਪੁਲਿਸ ਵਾਲੇ ਆਉਂਦੇ ਨੇ, ਜਾਂ ਉਹਨਾਂ ਦਾ ਵੀ ਵਿੱਚ ਹਿੱਸਾ ਕਰ ਲਵੇ, ਉੱਥੇ ਸ਼ੱਕ ਨਹੀਂ ਪੈਂਦੀ। ਤਬ ਇਹ ਤ੍ਰਿਆ ਉਹ ਕੰਤ ਕਹਾਵਾ। ਤਬ ਇਹ ਤ੍ਰਿਆ ਉਹ ਕੰਤ ਕਹਾਵਾ। ਸੰਤੋਖ ਤੇ ਬਾਅਦ ਦੀ ਗੱਲ ਹੈ। ਜਦ ਇਹ ਪੂਰਾ ਹੁਕਮ ਦੇ ਵਿੱਚ ਹੁੰਦਾ ਹੈ, ਪੂਰਾ ਭਾਣੇ 'ਚ ਹੁੰਦਾ ਹੈ, ਫਿਰ ਇਹ ਤ੍ਰਿਆ। ਤ੍ਰਿਆ ਕਹਿੰਦੇ ਹੀ ਉਹਨੂੰ ਨੇ
ਜਿਹੜੇ ਭਾਣੇ 'ਚ ਹੋਵੇ। ਜੋ ਕੁਛ ਕਰੇ ਸੋ ਭਲਾ ਕਰ ਮਾਨੀਏ, ਉਤਰੀਏ। ਹਿਕਮਤ ਹੁਕਮ ਚਕਾਈਐ, ਜਾ ਕੇ ਪ੍ਰੇਮ ਪਦਾਰਥ ਪਾਈਐ। ਤੋ ਚਰਣੀ ਚਿਤ ਲਾਈਐ, ਸੋ ਕਹੇ ਸੋ ਕੀਜੈ, ਤਨ ਮਨ ਦੀਜੈ। ਐਸਾ ਪਰਵਨ ਲਾਈਐ, ਏਵ ਕਹੇ ਸੁਹਾਗਣੀ ਭੈਣੇ, ਇਨਵਾਤੀ ਸੋ ਪਾਈਏ। ਸਾਰਾ ਸ਼ਬਦ ਇੱਥੇ ਆ ਜਾਂਦਾ। ਉਤਰੀਏ, ਤ੍ਰਿਆ ਤਾਂ ਅਰਕੰਤ ਹੋ ਗਿਆ, ਤ੍ਰਿਆ ਹੋ ਗਈ। ਤੇ ਅਸੀਂ ਕਿਹੜੇ ਹਿਸਾਬ ਨਾਲ ਕਹਿੰਦੇ ਹਾਂ ਵੀ ਔਰਤ ਔਰ ਆਦਮੀ ਬਰਾਬਰ ਨੇ ਗੁਰਮਤਿ ਦੇ ਵਿੱਚ? ਕਿੱਥੇ ਨੇ ਗੁਰਬਾਣੀ ਦੇ ਵਿੱਚ ਬਰਾਬਰ? ਕਸਮ ਛੋੜ ਦੂਜੇ ਲੱਗੇ, ਡੁੱਬੇ ਸੇ ਬਣ ਜਾ ਰਿਹਾ। ਕਿੱਥੇ ਲਿਖਿਆ? ਕਿਤੇ ਵੀ ਨਹੀਂ। ਤਬ ਇਹ ਤ੍ਰਿਆ ਕੰਤ ਕਹਾਵਾ, ਤਬ ਇਹ ਤ੍ਰਿਆ ਕੰਤ ਕਹਾਵਾ। ਫਿਰ ਇਹ ਤ੍ਰਿਆ ਕੰਤ ਹੈ, ਆਪਣੀ ਬੁੱਧ ਕੁਛ ਨਹੀਂ ਹੈ। ਮੇਰੀ ਮਤ ਥੋੜੀ ਨਾ, ਤੂੰ ਸਮਰੱਥ ਵੱਡਾ। ਹਾਹਾ ਹੋਤ ਹੋਏ ਨਹੀਂ ਜਾਣਾ, ਹਾਹਾ ਹੋਤ ਹੋਏ ਨਹੀਂ ਜਾਣਾ। ਕੁਛ ਆਦਮੀ ਨੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਆਤਮਾ ਦੀ ਹੋਂਦ ਨੂੰ ਨਹੀਂ ਮੰਨਦੇ। ਉਹਨਾਂ ਵਾਸਤੇ ਪੰਕਤੀ ਹੈ, ਹਾਹਾ ਹੋਤ ਹੋਏ ਨਹੀਂ ਜਾਣਾ। ਜਿਹੜਾ ਹੋਤ ਹੈ, ਹੁੰਦਾ ਰਿਹਾ, ਇਹ ਪਰੰਪਰ ਹੋਤਾ ਆਇਆ ਔਰ ਹੁਣ ਵੀ ਹੈ। ਹੁਣ ਹੈ ਤਾਂ ਹੀ ਸਰੀਰ ਚੱਲਦੇ ਨੇ। ਸਾਨੂੰ ਨਹੀਂ ਦੀਦਾ ਫਿਰ ਕੀ ਹੋ ਗਿਆ? ਸਾਰੀਆਂ ਚੀਜ਼ਾਂ ਕਿਤੇ ਸਾਨੂੰ ਦੇ ਦੀ ਹੋਤ ਹੋਏ ਨਹੀਂ ਜਾਣਾ, ਉਹਨੂੰ ਜਾਣਿਆ ਨਹੀਂ। ਜਿਹੜਾ ਹਮੇਸ਼ਾ ਹੀ ਰਹਿੰਦਾ ਉਹਨੂੰ ਨਹੀਂ ਜਾਣਿਆ। ਆ ਮਾਇਆ ਤਾਂ ਕਦੇ ਰਹਿੰਦੀ ਹੈ, ਕਦੇ ਨਹੀਂ ਰਹਿੰਦੀ। ਇਹ ਜ਼ਰੂਰੀ ਨਹੀਂ ਹਰ ਵਕਤ ਰਹੇ ਮਾਇਆ। ਜਾਂ ਰਚਨਾ ਹੁੰਦੀ ਹੈ ਮਾਇਆ ਹੁੰਦੀ ਹੈ, ਨਹੀਂ ਹੁੰਦੀ ਉਹ ਨਹੀਂ। ਹੁਕਮ ਵੀ ਹਮੇਸ਼ਾ ਨਹੀਂ ਰਹਿੰਦਾ, ਆਤਮਾ ਹਮੇਸ਼ਾ ਰਹਿੰਦੀ ਹੈ। ਉਹੀ ਨਹੀਂ ਜਾਣੀ ਇਹਨੇ। ਦੁਨੀਆ ਦੇ ਲੋਕਾਂ ਨੇ ਉਸੇ ਨੂੰ ਨਹੀਂ ਜਾਣਿਆ, ਆਪਣੇ ਆਪ ਨੂੰ ਨਹੀਂ ਜਾਣਿਆ। ਇਹ ਆਪ ਅਪਰੰਪਰ ਹੋਤਾ ਆਇਆ, ਆਪਣੇ ਜਿਹੜਾ ਹਰ ਵਕਤ ਹੁੰਦਾ ਆਇਆ ਉਹਨੂੰ ਜਾਣਿਆ ਨਹੀਂ। ਜਿਹੜਾ ਹੈ ਨਹੀਂ ਉਹਦੇ ਬਾਰੇ ਬਹੁਤ ਕੁਝ ਜਾਣਦੇ ਨੇ ਸੰਸਾਰ 'ਚ। ਸੰਸਾਰ ਵਾਸਤੇ ਬਹੁਤ ਕੁਝ ਜਾਣਦੇ ਆ, ਜਿਹਦਾ ਪਤਾ ਨਹੀਂ ਕਦੋਂ ਖਤਮ ਹੋ ਜਾਣਾ। ਆਪਣੇ ਬਾਰੇ ਕੁਝ ਨਹੀਂ ਜਾਣਿਆ। ਸੰਸਾਰ ਬਾਰੇ ਹੀ ਸਾਰੀ ਕੋਸ਼ਿਸ਼ ਸੰਸਾਰ ਨੂੰ ਜਾਣਨ ਵਾਸਤੇ ਹੀ ਹੋ ਰਹੀ ਹੈ। ਆਪਣੇ ਆਤਮਾ ਜਾਣਨ ਵਾਸਤੇ ਕੋਈ ਕੋਸ਼ਿਸ਼ ਨਹੀਂ ਹੋ ਰਹੀ ਸੰਸਾਰ ਦੀ। ਲੈਬਾਰਟਰੀਆਂ 'ਚ ਕੋਸ਼ਿਸ਼ ਹੋ ਰਹੀ ਹੈ, ਨਾਸਾ ਦੇ ਵਿੱਚ ਇਹੀ ਕੋਸ਼ਿਸ਼ ਹੋ ਰਹੀ ਹੈ। ਪੁਲਾੜ ਕੀ ਹੈ, ਪੁਲਾੜ ਦੇ ਵਿੱਚ ਕੀ ਹੈ? ਸਰੀਰ ਦੇ ਵਿੱਚ ਆਤਮਾ ਹੈਗੀ, ਇਹਦੀ ਕੋਈ ਕੋਸ਼ਿਸ਼ ਨਹੀਂ ਜਾਣਦੀ। ਹੈਗੀ ਹੋਈ ਹੈ, ਇਹਦੀ ਨਹੀਂ ਹੋ ਰਹੀ ਕੋਸ਼ਿਸ਼। ਕਿਉਂ? ਉਹਨਾਂ ਕੋਲ ਕੋਈ ਐਸੀ ਸਾਧਨ ਹੀ ਨਹੀਂ ਹੈ ਇਹਦੀ ਪਕੜ ਨੂੰ ਕਰਨ। ਉਹਨਾਂ ਕੋਲ ਬੁੱਧੀ ਹੋ ਨਹੀਂ ਹੈ। ਤਾਂ ਕਹਿੰਦੇ ਵੀ ਜਿੰਨਾ ਚਿਰ ਜਿਉਂਦਾ ਸਰੀਰ ਨੂੰ ਬਚੂ ਲੈਂਦੇ ਨੇ, ਜਾਂ ਨਹੀਂ ਬਚਦਾ ਕਹਿੰਦੇ ਵੀ ਇਹ ਤਾਂ ਹੁਣ ਸਾਡੇ ਪਹੁੰਚ ਤੇ ਬਾਹਰ। ਇਹ ਛੱਡੀ ਹੋਈ ਆ ਉਹਨਾਂ ਨੇ, ਇਹ ਵਿਸ਼ਾ ਹੀ ਤਿਆਗਤਾ। ਕਿਉਂਕਿ ਵਿਸ਼ਾ ਸਾਡੇ ਅਸੀਂ ਬਚਾ ਸਕਦੇ ਨਹੀਂ ਕਿਸੇ ਨੂੰ। ਇਹ ਤਾਂ ਜੀ ਰੱਬ ਦੀ ਮਰਜ਼ੀ ਹੈ, ਜਿੰਨਾ ਚਿਰ ਨੇ ਜਿਉਣਾ ਇਹ ਵਿਸ਼ਾ ਹੀ ਛੱਡ ਦਿੱਤਾ। ਕਦੇ ਕਦੇ ਕਰ ਵੀ ਲੈਂਦੇ ਨੇ ਸਿੱਧ ਵੀ ਮਰਨ ਦੇਣਾ ਹੀ ਨਹੀਂ, ਇਹ ਕਰਨਾ ਉਹ ਕਰਨਾ। ਕਾਮਯਾਬ ਕਦੇ ਨਹੀਂ ਕੋਈ ਹੋਇਆ। ਇਸ ਕਰਕੇ ਵਿਸ਼ਾ ਛੱਡਿਆ ਹੋਇਆ ਹੈ। ਆਤਮਾ ਨੂੰ ਜਾਣਨ ਦਾ, ਆਤਮ ਗਿਆਨ ਦਾ ਵਿਸ਼ਾ ਛੱਡਿਆ ਹੈ। ਉਹ ਸਮਝਦੇ ਨੇ ਜੋ ਲੱਭਣਾ ਕੀ ਹੈ ਸਾਨੂੰ। ਜਬ ਹੀ ਹੋਏ ਤਬੇ ਮਨ ਮਾਨਾ, ਜਦ ਇਹਦੀ ਹੋਂਦ ਹੁੰਦੀ ਹੈ ਸੰਸਾਰ ਦੇ ਵਿੱਚ, ਤਦੇ ਮਨ ਮੰਨਦਾ। ਤ੍ਰੇਤੇ 'ਚ ਮਨ ਨਹੀਂ ਮੰਨ ਸਕਦਾ ਤੁਹਾਡਾ, ਕਿ ਮਨ ਹੁੰਦਾ ਨਹੀਂ ਉਦੋਂ, ਇੰਡੀਪੈਂਡੈਂਟ ਨਹੀਂ ਹੁੰਦਾ ਮਨ। ਇਹਦੀ ਹੋਂਦ, ਆਪਣੀ ਹੋਂਦ ਨੂੰ ਜਾਣਨ ਵਾਸਤੇ ਇਹਦੇ ਮਨ ਦੀ ਹੋਂਦ ਵੱਖਰੀ ਹੋਣੀ ਜ਼ਰੂਰੀ ਹੈ।
ਜਦ ਇਹ ਆਪ ਹੁੰਦਾ ਮਨ, ਜਦ ਮਨ ਹੁੰਦਾ ਤਾਂ ਮਨ ਬਣਦਾ। ਜੇ ਮਨ ਸਮਾਇਆ ਹੋਇਆ ਫਿਰ ਉਹ ਕਿਵੇਂ ਬਣੂ? ਵੱਖਰਾ ਤਾਂ ਹੈ ਨਹੀਂ। ਤ੍ਰੇਤੇ ਦੁਆਪਰ ਚ ਮਨ ਦੀ ਹੋਂਦ ਵੱਖਰੀ ਨਹੀਂ ਹੁੰਦੀ, ਕਲਯੁਗ ਦੇ ਵਿੱਚ ਹੋਂਦ ਵੱਖਰੀ ਹੁੰਦੀ ਹੈ ਇਹਦੀ। ਮਨ ਹੀ ਤੇ ਮਨ ਮਨ ਵੱਖਰੀ ਹੋਂਦ ਕਰਕੇ ਇਹਨੂੰ ਬਣਾਇਆ। ਬਣਾਉਣ ਵਾਸਤੇ ਇਹਨੂੰ ਅੱਡ ਬਿਠਾਉਣਾ ਪੈਂਦਾ। ਬਣਾਉਣ ਵਾਲਾ ਅੱਡ ਹੈ, ਮੰਨਣ ਵਾਲਾ ਅੱਡ ਹੈ। ਇੱਕ ਬਣਾਉਣ ਵਾਲਾ, ਇੱਕ ਮੰਨਣ ਵਾਲਾ। ਤਾਂ ਮਨ ਮੰਨਦਾ ਜੇ ਬਣਾਉਣ ਵਾਲਾ ਵੱਖਰਾ ਹੈ ਤੇ ਮੰਨਣ ਵਾਲਾ ਵੱਖਰਾ ਹੈ। ਜਦੋਂ ਮਨ ਦੀ ਹੋਂਦ ਹੁੰਦੀ ਹੈ ਤਾਂ ਹੀ ਮਨ ਮੰਨਦਾ। ਇਹ ਹੁੰਦੀ ਹੈ ਕਲਯੁਗ ਚ। ਤਾਂ ਹੀ ਕੇਵਲ ਕਲਮੇ ਨਾਮ ਆਧਾਰ ਹੈ। ਨਾਮ ਦੀ ਲੋੜ ਕਲਯੁਗ ਚ ਪੈਣੀ ਹੈ, ਹੋਰ ਕਿਤੇ ਪੈਣੀ ਹੋਈ ਨਹੀਂ। ਨਾਮ ਨਾਲ ਇਹਨੂੰ ਬਣਾਉਣਾ ਮਨ ਨੂੰ ਉਪਦੇਸ਼ ਕਰਨਾ। ਬਣਾਉਣ ਵਾਸਤੇ ਨਾਮ ਦੀ ਲੋੜ ਪੈਣੀ ਹੈ ਨਾ। ਬਣਾਇਆ ਕਲਯੁਗ 'ਚ ਜਾਂਦਾ ਮਨ, ਦੁਆਪਰ 'ਚ ਨਹੀਂ ਬਣਾਇਆ ਜਾਂਦਾ। ਦੁਆਪਰ ਦੇ ਵਿੱਚ ਤਾਂ ਬਣਾਉਣ ਵਾਸਤੇ ਨੂੰ ਸਰੀਰ ਚਾਹੀਦਾ, ਸਮਝਣ ਵਾਸਤੇ ਦਿਮਾਗ ਚਾਹੀਦਾ, ਦੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਸੁਣਨ ਵਾਸਤੇ ਕੰਨ ਚਾਹੀਦੇ ਨੇ। ਉਹ ਸਾਰੇ ਸਾਧਨ ਦਿੱਤੇ ਜਾਂਦੇ ਨੇ ਜਿਨ੍ਹਾਂ ਦੀ ਮਦਦ ਨਾਲ ਇਹਨੂੰ ਬਣਾਉਣਾ ਹੈ। ਸਰੀਰ ਦੀ ਮਦਦ ਬਿਨਾਂ ਬਣਾਇਆ ਨਹੀਂ ਜਾ ਸਕਦਾ। ਸਰੀਰ ਦੀ ਮਦਦ ਬਿਨਾਂ ਇਹਨੂੰ ਰੱਖਿਆ ਕਿੱਥੇ? ਇਹਨੂੰ ਇਕੱਲਾ ਇਹਨੂੰ ਤਿਰਕੁੜੀ 'ਚ ਰੱਖਿਆ ਜਾਂਦਾ ਹੈ। ਬਣਾਉਣ ਵਾਲਾ ਇੱਥੇ ਬੈਠਾ ਹੁੰਦਾ। ਦੂਜੀ ਜਗ੍ਹਾ ਵੀ ਤਾਂ ਇਹਨੂੰ ਬੈਠਣ ਨੂੰ ਚਾਹੀਦੀ। ਅੱਡ ਹੋਣ ਵਾਸਤੇ ਜਗ੍ਹਾ ਵੀ ਤਾਂ ਚਾਹੀਦੀ। ਅੱਡ ਕਰਿਆ ਹੁਣ ਇੱਥੇ ਬੈਠਾ ਤਿਰਕੁੜੀ 'ਚ ਮਨ, ਹਿਰਦੇ ਵਿੱਚ ਸਰੀਰ ਹੈ। ਤਾਂ ਫਾਸਲੇ ਨਾਲੇ ਬਣਾਹੂ ਗੱਲ ਕਰ। ਵੱਖਰੀ ਹੋਂਦ ਕੀਤੀ ਹੋਈ ਹੈ ਇਹਦੀ। ਸਰੀਰ ਤੇ ਬਿਨਾਂ ਇਹਦੀ ਵੱਖਰੀ ਹੋਂਦ ਨਹੀਂ ਰਹਿੰਦੀ। ਜਾਂ ਸਰੀਰ ਨਹੀਂ ਹੁੰਦਾ ਅੱਗੇ ਕੀ? ਅੱਗੇ ਹੰਸ ਅਕੇਲਾ, ਫਿਰ ਇੱਕ ਹੋ ਜਾਂਦਾ। ਫਿਰ ਇਹਦੇ ਵਿੱਚੇ ਵੜ ਜਾਂਦਾ। ਹੈ ਤਾਂ ਸਹੀ ਲਖੇ ਜੋ ਕੋਈ। ਹੈ ਤਾਂ ਸਹੀ, ਜਿਹਨੂੰ ਅਸੀਂ ਖੁਦਾ ਕਹਿੰਦੇ ਹਾਂ, ਪਰਮਾਤਮਾ ਕਹਿੰਦੇ ਹਾਂ, ਰੱਬ ਕਹਿੰਦੇ ਹਾਂ। ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਕਿਹਾ ਹੈ ਤਾਂ ਸਹੀ, ਪਰ ਜੇ ਕੋਈ ਦੇਖਣਾ ਚਾਹੁੰਦਾ ਹੋਵੇ, ਜਿਹੜਾ ਚਾਹੁੰਦਾ ਹੀ ਨਹੀਂ ਦੇਖਣਾ, ਲਖੇ ਜੋ ਕੋਈ, ਉਹ ਦੇਖਣਾ ਨਹੀਂ ਚਾਹੁੰਦਾ, ਉਹਦੇ ਨਾਲ ਤਾਂ ਗੱਲੇ ਕੀ ਕਰਨੀ ਹੈ। ਜੇ ਕੋਈ ਦੇਖਣਾ ਚਾਹੁੰਦਾ ਤਾਂ ਹੈਗਾ, ਜੇ ਨਹੀਂ ਦੇਖਣਾ ਚਾਹੁੰਦਾ ਜੋ ਮਰਜ਼ੀ ਕਹਿੰਦਾ ਰਹੇ ਹੋ। ਜਿਹੜੀ ਚੀਜ਼ ਹੈਗੀ ਹੈ ਉਹ ਦੇਖੀ ਜਾ ਸਕਦੀ ਹੈ। ਆਤਮਾ ਦੀ ਹੋਂਦ, ਪਰਾਤਮਾ ਦੀ ਹੋਂਦ ਸਮਝਾਈ ਜਾ ਸਕਦੀ ਹੈ, ਦੇਖੀ ਜਾ ਸਕਦੀ ਹੈ। ਪਰ ਜੇ ਕੋਈ ਚਾਹੁੰਦਾ ਹੋਵੇ ਤਾਂ। ਇੱਥੇ ਕੌਣ ਚਾਹੁੰਦਾ? ਚਾਹੁੰਦੇ ਤਾਂ ਅਸੀਂ ਹੋਰੇ ਕੁਛ ਆ ਸਿੱਖ। ਇਹ ਗੱਲ ਕੋਈ ਚਾਹੁੰਦਾ ਹੈ, ਲਖੇ ਜੋ ਕੋਈ ਵਾਲੀ ਗੱਲ ਗੁਰਦੁਆਰੇ ਜਾ ਕੇ ਇਹ ਅਰਦਾਸ ਕੋਈ ਕਰਦਾ। ਜੋ ਵਿਸ਼ਾ ਗੁਰਬਾਣੀ ਦਾ ਹੈ, ਜਿਹਦੇ ਖਾਤਰ ਗੁਰਬਾਣੀ ਦੀ ਰਚਨਾ ਕਰੀ ਹੈ, ਉਹ ਤਾਂ ਸਾਡੀ ਡਿਮਾਂਡ ਹੀ ਨਹੀਂ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖਾਏ ਚੱਲੀਏ ਦੁੱਖ। ਦੁੱਖ ਤਾਂ ਚਾਹੁੰਦੇ ਹਾਂ ਅਸੀਂ ਸਾਡੇ ਚਲੇ ਜਾਣ, ਪਰ ਜਾਣਗੇ ਕਿਵੇਂ? ਸਾਚੇ ਨਾਮ ਕੀ ਲਾਗੈ ਭੂਖ। ਜਦ ਸੱਚੇ ਨਾਮ ਦੀ ਭੁੱਖ ਲੱਗੂਗੀ ਤਾਂ ਦੁੱਖ ਜਾਣਗੇ। ਉਹ ਗੱਲ ਨਹੀਂ ਮੰਨਦੇ, ਭੁੱਖ ਨਹੀਂ ਲਾਉਣ ਦੀ ਗੱਲ ਕਰਦੇ, ਫਿਰ ਦੁੱਖ ਵੀ ਨਹੀਂ ਜਾਂਦੇ। ਆਪਣੀ ਮਰਜ਼ੀ ਦੇ ਹਿਸਾਬ ਨਾਲ ਦੁੱਖ ਦੂਰ ਕਰਨੇ ਚਾਹੁੰਦੇ ਨੇ। ਆਪਣੀ ਮਰਜ਼ੀ ਅਨੁਸਾਰ, ਮਨਮਤ ਅਨੁਸਾਰ, ਜਿਵੇਂ ਹੋਰ ਮੱਤਾਂ ਕਰਦੀ ਉਹਦੇ ਅਨੁਸਾਰ ਫੜਿਆ ਹੋਇਆ ਜਿੱਦ। ਉਹਨਾਂ ਦੀ ਰੀਸ ਫੜੀ ਹੋਈ ਹੈ। ਇਹ ਜਿਵੇਂ ਕਿਸੇ ਸੰਤਾਂ ਨੇ ਸਮਝਾਤਾ, ਕਿਸੇ ਬੰਦੇ ਨੇ ਸਮਝਾਤਾ, ਮੂਰਖਾਂ ਨੇ ਸਮਝਾਤਾ। ਜਿਨ੍ਹਾਂ ਦੇ ਗੁਰੂ ਹੁੰਦੇ ਹੋਣ, ਗੁਰੂ ਜਿਨ੍ਹਾਂ ਕੇ ਅੰਦਰਲੇ, ਸਿੱਖ ਵੀ ਅੰਧੇ ਕਰਮ ਕਰੇਣ। ਅੱਜ ਸਿੱਖ ਅੰਧੇ ਕੰਮ ਕਿਉਂ ਕਰਦੇ ਨੇ? ਇਹਨਾਂ ਨੇ ਅੰਨਿਆਂ ਨੂੰ ਗੁਰੂ ਬਣਿਆ ਹੋਇਆ। ਸੰਤ ਸਾਰੇ ਅੰਨੇ ਨੇ, ਜਿਨ੍ਹਾਂ ਨੂੰ ਮਹਾਂਪੁਰਖ ਕਹਿੰਦੇ ਰਹੇ ਨੇ ਨਾ, ਉਹ ਸਾਰੇ ਅੰਨਾ ਪ੍ਰਚਾਰ ਕਰਦੇ ਰਹੇ, ਗੁਰਬਾਣੀ ਤੋਂ ਉਲਟ ਪ੍ਰਚਾਰ ਕਰਦੇ ਰਹੇ, ਰਿੱਧੀਆਂ ਸਿੱਧੀਆਂ ਦੀ ਗੱਲਾਂ ਕਰਦੇ ਰਹੇ ਨੇ, ਝੂਠ ਬੋਲਦੇ ਰਹੇ ਨੇ, ਝੂਠੀਆਂ ਕਹਾਣੀਆਂ ਤੇ ਵਿਸ਼ਵਾਸ ਕਰਦੇ ਰਹੇ ਨੇ।
ਸਣੇ ਕੋੜਾ ਦਸਮ ਪਾਸ਼ਾ ਚਲੇ ਗਏ, ਝੂਠ ਬੋਲਦੇ ਰਹੇ ਨੇ, ਝੂਠ ਨੂੰ ਮੰਨਦੇ ਰਹੇ ਨੇ। ਜਿਹਨੇ ਝੂਠ ਵਾੜ ਦਿੱਤੇ ਸਾਡੇ ਅੰਦਰ ਸਾਰਿਆਂ ਨੂੰ ਸੱਚ ਮੰਨਦੇ ਰਹੇ ਨੇ। ਫਿਰ ਉਹ ਮਹਾਂਪੁਰਸ਼ ਕਿਵੇਂ ਸੀਗੇ? ਵੈਸੇ ਤਾਂ ਮਹਾਂਪੁਰਸ਼ ਕੋਈ ਹੈ ਹੀ ਨਹੀਂ ਜੇ ਬਾਣੀ ਮੰਨੀਏ। ਗੁਰਬਾਣੀ ਤਾਂ ਇੱਕ ਤੇ ਬਿਨਾਂ ਦੂਏ ਨੂੰ ਮਹਾਂਪੁਰਖ ਕਹਿੰਦੀ ਹੋਣੀ। ਜਿਹਨੇ ਨਾਨਕ ਨੂੰ ਬੁਲਾਇਆ, ਜਿਹਨੇ ਬਾਣੀ ਉਚਾਰਨ ਕਰਵਾਈ ਹੈ ਨਾ, ਜਿਹਦੇ ਬੁਲਾਏ ਭਗਤ ਬੋਲੇ ਨੇ, ਮਹਾਂਪੁਰਖ ਉਹ ਹੈ। ਤੁਰਕੀ ਬਾਣੀ ਮਹਾਂਪੁਰਖ ਦੀ ਹੈ। ਜਿਹੜੀ ਗੁਰਬਾਣੀ ਹੈ ਇਹ ਪੁਰਖਾਂ ਦੀ ਹੈ। ਇਹ ਪੁਰਖ ਨੇ, ਮਹਾਂਪੁਰਖ ਨਹੀਂ, ਇਹ ਤਾਂ ਪੁਰਖ ਨੇ। ਪੁਰਖ ਕਿਹਨੂੰ ਕਹਿੰਦੇ ਨੇ? ਜਿਹੜਾ ਅਧੂਰਿਆਂ ਨੂੰ ਪੂਰਾ ਕਰੇ, ਅਧੂਰਿਆਂ ਨੂੰ ਪੂਰਾ ਹੋਣ ਦੀ ਗੱਲ ਦੱਸੇ, ਉਹ ਪੁਰਖ ਹੁੰਦਾ। ਸਾਡੇ ਕੋਲ ਅਧੂਰਾ ਗਿਆਨ ਹੈ। ਗੁਰਬਾਣੀ ਜੋ ਉਹਨਾਂ ਨੇ ਦੱਸੀ ਹੈ ਪੂਰਾ ਕਰਨ ਵਾਲੀ ਹੈ ਨਾ, ਪੁਰਖ ਹੁੰਦਾ, ਉਹ ਪੁਰਖ ਹੁੰਦਾ। ਮਹਾ ਨਹੀਂ ਹੁੰਦਾ, ਮਹਾਂਪੁਰਖ ਨਹੀਂ। ਮਹਾਂਪੁਰਖ ਨੇ ਤਾਂ ਬੁਲਵਾਇਆ ਉਹਨੂੰ ਤੇ। ਇੱਥੇ ਮੇਰੇ ਮਹਾਂਪੁਰਸ਼ ਹਰੇਕ ਨੂੰ ਇਹ ਬਾਣੀ ਮਹਾਂਪੁਰਖ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਗੁਰਮੁਖਾਂ ਦੀ ਬਾਣੀ ਹੈ। ਵਿਚਾਰੂ ਉਹ ਜੇ ਕੋ ਗੁਰਮੁਖ ਹੋਵੇ। ਇਹ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਸਾਰੀ ਉਹ ਬਾਣੀ ਇੱਕ ਦੀ ਹੈ, ਮਹਾਂਪੁਰਖ ਦੀ। ਬੋਲਿਆ ਚਾਹੇ ਕਿਤੋਂ, ਚਾਹੇ ਨਾਨਕ ਦੇ ਹਿਰਦੇ ਚੋਂ ਬੋਲਿਆ, ਚਾਹੇ ਭੱਟਾਂ ਦੇ ਹਿਰਦੇ ਚੋਂ ਬੋਲਿਆ, ਚਾਹੇ ਭਗਤਾਂ ਦੇ ਹਿਰਦੇ ਚੋਂ ਬੋਲਿਆ, ਜਿੱਥੋਂ ਮਰਜੀ ਬੋਲਿਆ ਤਾਂ ਉਹ ਆਪੇ ਹੀ ਹੈ। ਬੁਲਾਇਆ ਤਾਂ ਉਸੇ ਨੇ ਸਾਰਿਆਂ ਨੂੰ, ਮਹਾਂਪੁਰਖ ਉਹ ਹੈ। ਹੁਣ ਅਸੀਂ ਮਹਾਂਪੁਰਖ ਬਣਾ ਲਏ ਬਾਹਰ ਸਾਰੇ। ਉਹਨਾਂ ਨੇ ਕਿਹਾ ਨਹੀਂ ਵੀ ਅਸੀਂ ਮਹਾਂਪੁਰਖ ਨਹੀਂ। ਉਹਨਾਂ ਨੇ ਇਹ ਵੀ ਨਹੀਂ ਮੰਨਿਆ ਵੀ ਅਸੀਂ ਪੁਰਖ ਨਹੀਂ। ਉਹਨਾਂ ਤਾਂ ਇਹ ਵੀ ਨਹੀਂ ਮੰਨਿਆ ਭਾਈ ਅਸੀਂ ਤਾਂ ਪੁਰਖ ਵੀ ਨਹੀਂ ਅਜੇ। ਪੂਰੀ ਬਸੰਤਾ ਸਾਡੇ ਜਿਹੜੇ ਬਸ ਜਵੇ ਹਿਰਦੇ ਜਾ ਕੇ ਉਹੀ ਪੁਰਖ ਹੈ ਨਾ। ਪੂਰੀ ਬਸੰਤਾ ਸਾ ਪੁਰਖਾ, ਜਿਹੜਾ ਹਿਰਦੇ 'ਚ ਨਿਵਾਸ ਹੋ ਜਵੇ ਜਿਹਦਾ, ਉਹ ਪੁਰਖ ਹੈ ਨਾ। ਜੇ ਹੋ ਜਵੇ ਉਹਦਾ ਤਾਂ ਕਪਾਟ ਖੁੱਲ ਜਾਂਦਾ। ਫਿਰ 10 ਅਵਤਾਰ ਖੁੱਲਿਆ ਹੁੰਦਾ, ਉਹਨੂੰ ਤਾਂ ਫਿਰ ਸਮਝ ਆ ਜਾਂਦੀ ਹੈ ਬਾਣੀ ਦੀ। ਉਹਨੂੰ ਤਾਂ ਕੰਮੇ ਕੋਈ ਨਹੀਂ ਬਗੈਰ ਬਾਣੀ ਸਮਝਣ ਤੇ ਉਹਨੂੰ ਖਬਰ ਕੀ ਕੰਮ ਸੀ ਉਹਨਾਂ ਨੂੰ। ਬਾਣੀ ਪੜ੍ਹਾਈ ਜਾਂਦੀ ਹੈ ਉਹਨਾਂ ਦੇ ਡੇਰਿਆਂ ਤੇ, ਗਲਤ ਪੜ੍ਹਾਈ ਜਾਂਦੀ ਹੈ। ਫਿਰ ਮਹਾਂਪੁਰਖ ਸੀਗੇ ਜਿਨ੍ਹਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਸੀ, ਹੁਣ ਉੱਥੇ ਹੀ ਗਲਤ ਪੜ੍ਹਾਈ ਜਾਂਦੀ ਹੈ, ਉਹਨਾਂ ਨੂੰ ਮਹਾਂਪੁਰਖ ਕਹੀ ਜਾਂਦੇ। ਮਹਾਂਪੁਰਖ ਸ਼ਰੀਕ ਖੁਦਾ ਹੁੰਦਾ। ਮਹਾਂਪੁਰਖ ਕਹਿਣਾ ਰੱਬ ਦਾ ਸ਼ਰੀਕ ਖੜਾ ਕਰਨਾ। ਸਾਖਤਾਂ ਦੀ ਮੱਤ ਹੈ, ਇਹਨੂੰ ਸਾਖਤਾਂ ਦੀ ਮੱਤ ਕਹਿੰਦੇ ਨੇ। ਸਾਖਤ ਮਰੈ ਸੰਤ ਸਭ ਜੀਵੈ। ਉਹਨਾਂ ਦੀਆਂ ਬਰਸੀਆਂ ਕਾਹਦੇ ਬਣਾਉਂਦੇ ਨੇ? ਬਰਸੀਆਂ ਬਣਾਉਣ ਦਾ ਕੀ ਮਤਲਬ ਹੈ? ਇਹਦਾ ਮਤਲਬ ਮਰ ਗਏ। ਬਰਸੀ ਉਹਦੀ ਬਣਾਈ ਜਾਂਦੀ ਹੈ ਜਿਹੜਾ ਮਰ ਜਵੇ। ਜਿਹੜਾ ਜਿਉਂਦਾ ਹੋਵੇ ਉਹਦੀ ਬਰਸੀ ਨਹੀਂ ਬਣਾਈ ਜਾਂਦੀ। ਇਹ ਸਾਰੀਆਂ ਜਿਹੜੀਆਂ ਅਸੀਂ ਬਰਸੀਆਂ ਬਣਾਉਣ ਲੱਗੇ, ਗੁਰੂਆਂ ਦੇ ਬਾਅਦ ਬਣਾਉਣ ਲੱਗੇ। ਅੰਗਦ ਨੇ ਨਾਨਕ ਦੀ ਨਹੀਂ ਬਣਾਈ ਬਰਸੀ, ਜਿਉਂਦੇ ਦੀ ਬਰਸੀ ਬਣਾਈ ਦੀ ਹੈ। ਕੌਣ ਕਹੇ ਸਤਿਗੁਰ ਮੋਇਓ? ਉਹ ਜਿਉਂਦਿਆਂ ਦੀ ਬਰਸੀ ਬਣਾਈ ਦੀ ਹੈ। ਇਹਨਾਂ ਦੀ ਮੱਤ ਸਾਰਿਆਂ ਦੀ ਮਾਰੀ ਹੋਈ ਹੈ। ਜਿਉਂਦੇ ਦੀ ਕੌਣ ਬਣਾ ਦੂਗਾ? ਸੰਤ ਮਰੇ ਕਿਉਂ ਰੋਈ ਹੈ? ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬੱਪੜੇ, ਜੋ ਹਟੇ ਹਟ ਬਕਾਏ। ਉਹ ਜਿਉਂਦਿਆਂ ਦੀਆਂ ਬਰਸੀਆਂ ਬਣਾਉਂਦੇ ਹੋ ਤੁਸੀਂ। ਫਿਰ ਨਾਲੇ ਉਦਣ ਜਿਹਦਾ ਸਰੀਰ ਛੱਡਿਆ, ਉਦਣ ਉਹ ਉਦਣ ਮਰੇ ਸੀ। ਮਰੇ ਤਾਂ ਉਦਣ ਖਬਰਾਂ ਕਰਤੀ। ਉਦੋਂ ਪਹਿਲਾਂ ਤਾਂ ਜਿਉਂਦੇ ਵੀ ਹੋ ਗਏ ਸੀ ਮਰ ਕੇ। ਉਹ ਬਣਾਓ ਫਿਰ ਕਾਸੀ। ਉਹਦਾ ਪਤਾ ਨਹੀਂ, ਉਹਦਾ ਤਾਂ ਉਹਨਾਂ ਨੂੰ ਪਤਾ ਸੀ। ਫਿਰ ਤੁਸੀਂ ਕੀ ਲੈਣਾ ਬਣਾ ਕੇ? ਜਦ ਮਰੇ ਤੋਂ ਜਿਉਂਦੇ ਹੋ ਗਏ ਤੇ ਫਿਰ ਬਰਸੀ ਬਣਾਉਣ ਦਾ ਕੀ ਮਤਲਬ ਰਹਿ ਗਿਆ? ਬਰਸੀਆਂ ਬਣਾਉਣ ਤੇ ਜ਼ੋਰ ਲਾਤਾ, ਇਹਨੂੰ ਸਮਝਣ ਤੇ ਜ਼ੋਰ ਨਹੀਂ ਲਾਇਆ। ਗੱਲ ਇਹ ਸੀ ਇਹ ਤੋਂ ਕਿਸੇ ਤਰੀਕੇ ਨਾਲ ਕਿਵੇਂ ਖੜਾ ਛੜਾਈਏ।
ਕਿਹੜਾ ਬਹਾਨਾ ਬਣਾਈਏ ਕਿ ਬਾਣੀ ਨਾ ਮੰਨਣੀ ਪਵੇ। ਬਹਾਨਾ ਕਿਹੜਾ ਬਣਾਈਏ, ਕਿਹੜੇ ਕਿਹੜੇ ਬਹਾਨੇ ਕਰੀਏ ਕਿ ਸਿੱਖਤਾ ਅਸੀਂ ਰਹੀਏ ਬੱਲੇ ਬੱਲੇ ਤਾਂ ਸਾਡੀ ਹੋਵੇ, ਭਰਮ ਤਾਂ ਪਾੜ ਲਈ ਅਸੀਂ ਬਹੁਤ ਸਿੱਖਾਂ, ਪਰ ਬਾਣੀ ਨਾ ਮੰਨਣੀ ਪਵੇ। ਸਭ ਬਹਾਨੇ ਕੜੇ ਹੋਏ ਨੇ। ਪਰਪੰਚ ਚਲਾਉਣ ਦੇ, ਲਓ ਬਈ ਅਖੰਡ ਪਾਠ ਕਰਨਾ, ਲੰਗਰ ਚਲਾਉਣਾ, ਵੀ ਲਿਆਓ ਵੀ ਪੈਸੇ ਇਕੱਠੇ ਕਰੋ। ਪਰਪੰਚ ਇਹ ਤਾਂ ਕਿਹਾ ਨਹੀਂ ਕਿਤੇ ਵੀ ਏਦਾਂ ਕਰਿਓ, ਗੁਰਬਾਣੀ ਨੇ ਤਾਂ ਕਿਹਾ ਨਹੀਂ ਕਿਤੇ ਵੀ ਏਦਾਂ ਕਰਿਓ। ਫਿਰ ਕਿਉਂ ਕਰਨ ਲੱਗ ਗਏ? ਕੀ ਲੋੜ ਸੀ ਇਹਦੀ? ਇਹਨਾਂ ਗੱਲਾਂ ਦਾ ਰਿਜ਼ਲਟ ਹੈ ਸਿੱਖੀ ਖਤਮ ਹੋ ਗਈ। ਉਹ ਬਣਾਉਂਦੇ ਸੀ ਆਪਣੇ ਦਿਨ, ਅਸੀਂ ਬਣਾਉਣ ਲੱਗ ਗਏ ਆਪਣੇ ਦਿਨ। ਰੀਸ ਕੀਤੀ ਨਾ ਉਹਨਾਂ ਦੀ। ਹਿੰਦੂ ਬਣਾਉਂਦੇ ਸੀ, ਅਸੀਂ ਬਣਾਉਣ ਲੱਗ ਗਏ। ਦੀਵਾਲੀ ਦਾ ਬਹਾਨਾ ਬਣਾ ਲਿਆ ਅਸੀਂ ਬਣਾਉਣ ਦਾ। ਸਾਹ ਸੀਗਾ ਗੁਰਦੁਆਰਿਆਂ 'ਚ, ਕੋਈ ਦੀਵਾਲੀ ਨਹੀਂ ਸੀ ਬਣਾਉਂਦਾ। ਹਾਂਜੀ, ਤਬ ਉਹੀ ਉਹ ਇਹ ਨਾ ਹੋਈ, ਹੈ ਤੋ ਸਹੀ ਲਖੇ ਜੋ ਕੋਈ। ਹੈ ਤਾਂ ਸਹੀ ਲਖੇ ਜੋ ਕੋਈ, ਸਾਰਿਆਂ ਦੇ ਅੰਦਰ ਹੈ ਉਹ, ਸਾਰਿਆਂ ਦੇ ਅੰਦਰ ਹੈਗਾ ਜਿਹਨੂੰ ਕਹਿੰਦੇ ਨੇ। ਇਹ ਗੱਲ ਸੱਚੀ ਹੈਗਾ। ਮਨ ਮੈਂ ਹੈ ਆਪ, ਮਨ ਆਪਣੇ ਮਾਹੇ। ਪਰ ਜੇ ਕਿਸੇ ਨੇ ਦੇਖਣਾ ਹੋਵੇ ਤਾਂ ਹੈਗਾ, ਜੇ ਨਹੀਂ ਦੇਖਣਾ ਹੋਵੇ ਫਿਰ ਗੱਲ ਖਤਮ ਹੈ। ਜਦ ਕੋਈ ਆਪਣੇ ਅੰਦਰ ਦੇਖ ਲੈਂਦਾ ਨਾ, ਤਬ ਉਹੀ ਉਹ ਇਹ ਨਾ ਹੋਈ। ਬਸ ਫਿਰ ਉਹੀ ਉਹ ਰਹਿ ਜਾਂਦਾ, ਇਹ ਉਹ 'ਚ ਸਮਾ ਜਾਂਦਾ। ਇਹ ਨਾ ਹੋਈ। ਜਦ ਦਰਿਆ ਸਮੁੰਦਰ ਦੇਖ ਲੈਂਦਾ, ਫਿਰ ਸਮੁੰਦਰ ਰਹਿ ਜਾਂਦਾ, ਦਰਿਆ ਖਤਮ ਹੋ ਜਾਂਦਾ। ਦਰਿਆ ਨਹੀਂ ਫਿਰ ਰਹਿੰਦਾ। ਜਦ ਦਰਿਆ ਨੇ ਸਮੁੰਦਰ ਦੇਖ ਲਿਆ, ਕਦ ਦੇਖੂਗਾ ਜਾਂ ਸਮੁੰਦਰ ਜਾ ਮਿਲੂਗਾ, ਫਿਰ ਦਰਿਆ ਰਹਿ ਜਾਂਦਾ। ਫਿਰ ਸਮੁੰਦਰ ਹੁੰਦਾ, ਫਿਰ ਦਰਿਆ ਨਹੀਂ ਹੁੰਦਾ। ਦਰਿਆ ਦਾ ਨਾਮ ਖਤਮ ਹੈ। ਅੱਜ ਭਗਤਾਂ ਦਾ ਨਾਮ ਖਤਮ ਹੋਣਾ ਚਾਹੀਦਾ ਹੈ। ਕਿਉਂ? ਸਮੁੰਦਰ ਦੇ ਵਿੱਚ ਸਮਾ ਗਿਆ, ਸਮੁੰਦਰ ਦਾ ਰੂਪ ਹੋ ਗਿਆ। ਸਮੁੰਦਰ ਹੈਗਾ, ਹਮੇਸ਼ਾ ਰਹੂਗਾ, ਤੇ ਅਸੀਂ ਉਹਦੀਆਂ ਵਰਸੀਆਂ ਬਣਾਉਂਦੇ। ਸਮੁੰਦਰ 'ਚ ਕਦੋਂ ਰਲ ਗਏ ਸੀ ਉਹ? ਜਿਉਂਦੇ ਜਿਉਂਦੇ। ਸਰੀਰ ਛੱਡਣਾ ਤਾਂ ਸਾਡੇ ਵਾਸਤੇ ਸੀ, ਸੰਸਾਰ ਵਾਸਤੇ ਸੀ ਨਾ। ਤਬ ਉਹੀ ਉਹ ਇਹ ਨਾ ਹੋਈ। ਇਹ ਹੁੰਦਾ ਹੋਇਆ ਵੀ ਨਹੀਂ ਹੁੰਦਾ। ਏਕ ਜੋਤ ਏਕੈ ਮਿਲੀ, ਕਿੰਬਾ ਹੋਏ ਬਹੋਏ। ਜਦੋਂ ਜੋਤ ਜੋਤੀ 'ਚ ਮਿਲ ਜਾਂਦੀ ਹੈ, ਚਿੱਤਰ ਮਨ ਇੱਕ ਹੋ ਜਾਂਦੇ ਨੇ, ਇੱਕ ਹੋ ਕੇ ਰਹਿ ਜਾਂਦੇ ਨੇ, ਫਿਰ ਇੱਕੋ ਰਹਿ ਜਾਂਦਾ, ਦੂਆ ਨਹੀਂ ਹੁੰਦਾ ਨਾਲ ਦਾ। ਜਿਹੜਾ ਦਰਸ਼ਨ ਕਰਨ ਗਿਆ ਉਹ ਨਹੀਂ ਰਹਿੰਦਾ, ਜਿਹਦੇ ਦਰਸ਼ਨ ਕੀਤੇ ਨੇ ਉਹੀ ਹੁੰਦਾ। ਬਸ ਇਹ ਉਹ 'ਚ ਸਮਾ ਜਾਂਦਾ, ਆਪਣੇ ਮੂਲ 'ਚ ਸਮਾ ਜਾਂਦਾ ਹੈ। ਦਰਿਆ ਦਾ ਮੂਲ ਸਮੁੰਦਰ ਹੈ। ਸਮੁੰਦਰ ਦਾ ਦਰਿਆ ਪੈਦਾ ਹੋਇਆ, ਹੋਰ ਕਿੱਥੋਂ ਪੈਦਾ ਹੋਇਆ? ਦਰਿਆ ਕਿੱਥੋਂ ਪੈਦਾ ਹੋਇਆ? ਸਮੁੰਦਰ 'ਚ ਪੈਦਾ ਹੋਇਆ ਨਾ। ਇਹ ਇਲਾਕਾ ਵੀ ਆਕਾਸ਼ 'ਚ ਜਾ ਕੇ ਆਇਆ ਸੀ, ਧਰਤੀ ਤੇ ਦੀ ਜਾਂਦਾ। ਅਸੀਂ ਆਕਾਸ਼ 'ਚ ਹੀ ਆਏ ਸੀ, ਤ੍ਰੇਤੇ ਦੇ ਵਿੱਚ ਦਿਖੇ ਨਹੀਂ ਸੀ। ਅੱਜ ਆ ਰਹੇ ਹਾਂ ਧਰਤੀ ਦੇ ਦੀ ਤੁਰ ਕੇ। ਜਾਂਦਾ ਨਹੀਂ ਨਾ, ਆਉਂਦਾ ਦਿਖਿਆ ਨਹੀਂ, ਇੰਨੀ ਉਹ ਗੱਲ ਹੈ ਨਾ। ਤੇ ਬੱਦਲ ਤਾਂ ਆਉਂਦਾ ਵੀ ਨਹੀਂ ਨਾ, ਜਾਂਦਾ ਵੀ ਨਹੀਂ ਨਾ। ਇਸ ਕਰਕੇ ਸਾਨੂੰ ਵੀ ਪਤਾ ਆਉਂਦੇ ਜਾਂਦੇ ਦਾ। ਆਉਂਦਾ ਜਿਹੜੇ ਰਸਤੇ, ਉਸ ਰਸਤੇ ਜਾਂਦਾ ਨਹੀਂ, ਇਹੀ ਗੱਲ ਹੈ ਨਾ। ਪਰ ਸਮੁੰਦਰ ਤੇ ਪੈਦਾ ਹੋਇਆ ਨਾ ਦਰਿਆ, ਤੇ ਹੋਏ ਲੱਖ ਦਰਿਆਓ। ਲਿਓ ਲਿਓ ਆਪਣੇ ਮੂਲ 'ਚ ਜਾ ਸਮਾ ਜਾਂਦਾ, ਫਿਰ ਸਮੁੰਦਰੇ ਦਾ ਹੀ ਨੌ ਵੱਜਦਾ ਹੁੰਦਾ, ਦਰਿਆ ਦਾ ਨੌ ਖਤਮ ਹੋ ਜਾਂਦਾ। ਦਰਿਆ ਹੁੰਦਾ ਹੀ ਨਹੀਂ। ਦਰਿਆ ਕਿੱਥੇ ਹੁੰਦਾ? ਕਿੰਨੇ ਦਰਿਆ ਜਾ ਕੇ ਸਮੁੰਦਰ 'ਚ ਪੈਂਦੇ ਨੇ। ਸਮੁੰਦਰ ਹੀ ਹੈ ਨਾ ਫਿਰ ਉਹ। ਲਿਓ ਲਿਓ ਕਰਤ ਫਿਰੈ ਸਭ ਲੋਗ, ਤਾ ਕਾਰਨ ਵਿਆਪੈ ਬਹੁ ਸੋਗ। ਲਿਓ ਲਿਓ ਕਰਤ ਫਿਰੈ ਸਭ ਲੋਗ। ਸਾਰੇ ਕਹਿੰਦੇ ਨੇ ਮੈਂ ਪਾ ਲਿਆ, ਮੈਂ ਪਾ ਲਿਆ, ਮੈਂ ਪਾ ਲਿਆ, ਮੈਂ ਲੈ ਲਿਆ। ਬਸ
ਤਾਂ ਹੀ ਮਹਾਪੁਰਸ਼ ਨੇ ਬਣੇ ਹੋਏ। ਮਹਾਪੁਰਸ਼ ਕਾਹਦੇ ਕਹੋਦੇ ਨੇ? ਛੇਤੀ ਉਹ ਕਹਿੰਦੇ ਨੇ ਮੈਂ ਪਾ ਲਿਆ। ਸੰਤ ਛੇਤੀ ਉਹ ਬਣ ਜਾਂਦੇ ਨੇ। ਬ੍ਰਹਮ ਗਿਆਨੀ ਤਾਂ ਕਾਰਨ ਵਿਆਪੇ ਬਹੁਤ ਸੋਗ। ਇਸੇ ਕਰਕੇ ਬਹੁਤੇ ਜਿਹੜੇ ਸੋਗ ਨੇ ਵਿਆਪਦੇ ਨੇ ਸੰਸਾਰ ਦੇ ਵਿੱਚ। ਸੋਗ ਵਿਆਪਣ ਦਾ ਕਾਰਨ ਇਹ ਹੈ ਕਿ ਲੋਕ ਧਰਮ ਦੇ ਨਾਂ ਦੇ ਵਿੱਚ, ਧਰਮ ਦੇ ਖੇਤਰ 'ਚ ਝੂਠ ਜ਼ਿਆਦਾ ਬੋਲਦੇ ਨੇ। ਝੂਠ ਕੌਣ ਬੋਲਦੇ ਨੇ? ਜਿਹੜੇ ਧਾਰਮਿਕ ਆਦਮੀ ਪੱਕੇ ਨੇ ਝੂਠ ਉਹ ਬੋਲਦੇ ਨੇ, ਜਿਹੜੇ ਕੱਚੇ ਨੇ ਉਹ ਨਹੀਂ ਝੂਠ ਬੋਲਦੇ। ਉਹ ਝੂਠ ਦਾ ਉਹਨਾਂ ਦੇ ਦਾ ਸੱਚ ਮੰਨ ਲੈਂਦੇ ਨੇ। ਧਰਮ 'ਚ ਬਹੁਤ ਬੜੇ ਬੜੇ ਝੂਠ ਚੱਲਦੇ ਨੇ, ਹੁਣ ਵੀ ਚੱਲਦੇ ਨੇ। ਜਿੰਨਾ ਝੂਠ ਧਰਮ 'ਚ ਚੱਲਦਾ ਦੁਨੀਆ ਦੇ ਕਿਸੇ ਵੀ ਖੇਤਰ 'ਚ ਚੱਲ ਨਹੀਂ ਸਕਦਾ। ਬੜੇ ਬੜੇ ਝੂਠ ਲਿਖੇ ਨੇ, ਮੰਨਣ ਵਾਲੇ ਦਾ ਘਾਟਾ ਨਹੀਂ ਹੈ ਉਹਨਾਂ ਨੂੰ। ਜਿਉਂਦੇ ਤੇ ਉਹ ਮੰਨੀ ਜਾਂਦੇ। ਪਰ ਕੋਈ ਨਹੀਂ ਕਹਿੰਦਾ ਝੂਠ ਹੈ ਉਹਨਾਂ ਨੂੰ। ਕਹਿਣ ਵਾਲੇ ਵੀ ਬਥੇਰੇ ਨੇ ਵੀ ਝੂਠ ਹੈ, ਮੰਨਣ ਵਾਲੇ, ਸੱਚ ਮੰਨਣ ਵਾਲੇ ਵੀ ਬਥੇਰੇ ਨੇ, ਕਹਿਣ ਵਾਲੇ ਵੀ। ਪਰ ਬਾਵਜੂਦ ਇਹਨੇ ਕਹਿਣ ਵਾਲਿਆਂ ਦੇ ਝੂਠ ਹੈ, ਫਿਰ ਵੀ ਲੋਕ ਖੜਦੇ ਮੰਨਦੇ। ਮੂਰਤੀ ਖੜੀ ਸੀ ਨਾ ਆਕਾਸ਼ ਦੇ ਵਿੱਚ, ਮੰਦਰ ਸੀ ਜਿਹੜਾ ਆਪਣਾ ਸੋਮਨਾਥ ਦਾ। ਸੋਮਨਾਥ ਦੇ ਮੰਦਰ ਦੀ ਮੂਰਤੀ ਆਕਾਸ਼ 'ਚ ਖੜੀ ਸੀ। ਉੱਪਰ ਵੀ ਮੈਗਨੇਟ ਸੀ, ਚੁੰਬਕ ਸੀ, ਥੱਲੇ ਵੀ ਚੁੰਬਕ ਸੀ, ਵਿਚਾਲੇ ਉਹਦੇ ਲੋਹਾ ਸੀ। ਪਲੇਟ ਥੱਲੇ, ਉੱਤੇ ਪਲੇਟ, ਉੱਤੇ ਸੋਨਾ ਲਾਇਆ ਹੋਇਆ ਸੀ। ਲੋਹੇ ਨੇ ਤਾਂ ਆਪਣੀ ਕਰਾਮਾਤ ਦਿਖਾਉਣੀ ਸੀ ਨਾ। ਉਹ ਐਸੇ ਹਿਸਾਬ ਨਾਲ ਮੈਗਨੇਟ ਲਾਏ ਹੋਏ ਸੀ, ਉਤਲੇ ਦੀ ਖਿੱਚ ਉੱਤੇ ਨੂੰ, ਥੱਲੇ ਦੀ ਥੱਲੇ ਨੂੰ। ਮੂਰਤੀ ਵਿਚਾਲੇ ਖੜੀ। ਲੋਕ ਤਾਂ ਦੇਖਦੇ ਤੇ ਭਗਵਾਨ ਖੜਾ। ਆਕਾਸ਼ ਨਹੀਂ ਹੈ, ਕੌਣ ਖੜਦਾ? ਐ ਕਿਵੇਂ ਖੜ ਸਕਦਾ? ਇਹੋ ਜਿਹਾ ਕੁਛ ਕਰਦੇ ਰਹੇ ਨੇ। ਜਦ ਮੁਹੰਮਦ ਗੌਰੀ ਆਇਆ, ਉਹਨੇ ਗੁੰਬਦ ਢਾਤਾ, ਮੂਰਤੀ ਥੱਲੇ ਡਿੱਪੀ। ਗੁੰਬਦ ਦੇ ਵੀ ਸੀ ਨਾ ਉੱਤੇ ਮੈਗਨੇਟ। ਉਹ ਤਖਤੇ ਲਾ ਕੇ ਲੈ ਗਿਆ। ਉਹੀ ਤਖਤੇ ਨੇ ਦਰਬਾਰ ਸਾਹਿਬ ਨੂੰ। ਉਹਦੇ ਬੜੀ ਸੀ ਮੂਰਤੀ ਦੇ ਵਿੱਚ ਕੋਹਨੂਰ, ਉਹ ਲੈ ਕੇ ਗਿਆ ਸੀ ਉੱਥੋਂ। ਰਣਜੀਤ ਸਿੰਘ ਲੈ ਕੇ ਆਇਆ ਫਿਰ ਉੱਥੋਂ। ਇਹੋ ਜਿਹਾ ਕੁਛ ਤਾਂ ਧਰਮ ਦੇ ਵਿੱਚ ਹੁੰਦਾ ਰਿਹਾ, ਹੁਣ ਵੀ ਹੋ ਰਿਹਾ, ਇਦੋਂ ਵੀ ਜ਼ਿਆਦਾ ਹੋ ਰਿਹਾ। ਸੇਵ ਲਿਖਦਾ ਨਹੀਂ ਸੀ ਜਿਹੜੇ ਪਿੱਛੇ ਰੋਜ਼ ਝੂਠ ਹੁੰਦੇ ਨੇ। ਆ ਐ ਹੋ ਗਿਆ ਜੀ, ਉਹ ਹੋ ਗਿਆ, ਫਲਾਨਾ ਹੋ ਗਿਆ, ਰੋਜ਼ ਝੂਠ। ਬਾਜ ਆ ਗਿਆ, ਉਹ ਆ ਗਿਆ। ਰੋਜ਼ ਕਿੰਨਾ ਝੂਠ ਬੋਲੇ, ਫਰੇਮ ਕੀਤਾ ਜਾਂਦਾ ਧਰਮ ਦੇ ਰੋਹ ਤੇ। ਲੋਕ ਮੰਨ ਫਿਰ ਮੰਨੀ ਜਾਂਦੇ ਨੇ, ਕਿਸੇ ਨੂੰ ਸ਼ੱਕ ਪੈਂਦੀ ਹੋਈ ਨਹੀਂ। ਜਿੰਨਾ ਧਰਮ ਦੇ ਨਾਂ ਤੇ ਫਰਾਡ ਹੁੰਦਾ ਹੈ, ਕੋਈ ਦੁਕਾਨਦਾਰ ਕਰ ਲੈ ਫਰਾਡ, ਇੱਕ ਵਾਰ ਪਤਾ ਲੱਗ ਜਾਏ ਦੁਕਾਨ ਫੇਲ ਹੋ ਜੂਗੀ। ਇਹ ਨਹੀਂ ਗੱਲ ਹੁੰਦੀ, ਇਹ ਦੁਕਾਨ ਨਹੀਂ ਫੇਲ ਹੁੰਦੀ। ਨਵੇਂ ਤੋਂ ਨਵਾਂ ਫਰਾਡ ਹੁੰਦਾ ਇੱਥੇ। ਅੰਧ ਵਿਸ਼ਵਾਸ ਹੈ। ਗੁਰਬਾਣੀ ਅੰਧ ਵਿਸ਼ਵਾਸ ਦੇ ਖਿਲਾਫ ਹੈ। ਅੰਧ ਵਿਸ਼ਵਾਸਾਂ ਤੇ ਸੱਟ ਮਾਰਦੀ ਹੈ। ਇਸ ਕਰਕੇ ਜਦ ਗੁਰਬਾਣੀ ਦੇ ਪ੍ਰਗਟ ਹੁੰਦੀ ਹੈ ਨਾ, ਜਿਹੜੇ ਕਰਦੇ ਨੇ ਉਹਨਾਂ ਦੇ ਸਾਰੇ ਹੀ ਵੈਰੀ ਬਣ ਜਾਂਦੇ ਨੇ ਅੰਧ ਵਿਸ਼ਵਾਸੀ। ਇਹਨਾਂ ਦਾ ਸਾਡੀ ਦੁਕਾਨ ਬੰਦ ਕਰਤੀ ਹੈ। ਇਹ ਕਾਰਨ ਸੀ ਅਨੰਦਪੁਰ ਸਾਹਿਬ ਦੇ ਘੇਰੇ ਦਾ। ਇਹ ਕਾਰਨ ਸੀ ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਉਣ ਦਾ। ਇਹ ਕਾਰਨ ਸੀ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਕਾਰਨ ਸੀ। ਲਖਮੀ ਬਰਸਿਓ ਜੋ ਲਿਓ ਲਾਵੈ, ਸੋਗ ਮਿਟੇ ਸਭ ਹੀ ਸੁਖ ਪਾਵੈ। ਇਹ ਲਖਮੀ ਵਾਰ ਹੈ। ਲਖਮੀ ਨੂੰ ਲక్ష్ਮੀ ਕਹਿੰਦੇ ਨੇ। ਲక్ష్ਮੀ ਦਾ ਮਤਲਬ ਵੀ ਹੁੰਦਾ, ਲਕਸ਼ ਹੁੰਦਾ ਟਾਰਗੇਟ। ਲਕਸ਼ ਦਾ ਕੀ ਮਤਲਬ ਹੈ? ਟਾਰਗੇਟ ਹੁੰਦਾ। ਵੀ ਦਾ ਮਤਲਬ ਮੇਰਾ ਲਕਸ਼ ਲਖਮੀ। ਜੋ ਮੈਂ ਦੇਖਿਆ, ਜੋ ਮੈਂ ਦੇਖਣਾ। ਲਖਮੀ ਦਾ ਮਤਲਬ ਜੋ ਮੈਂ ਦੇਖਣਾ। ਲਖਣਾ ਲక్ష్ਮੀ ਦਾ ਮਤਲਬ ਮੇਰਾ ਲਕਸ਼ ਕੀ ਹੈ, ਮੇਰਾ ਟਾਰਗੇਟ ਕੀ ਹੈ। ਆ ਹੈ ਅਰਥ ਸਿਰਫ। ਉਹ ਜੋ ਮਰਜ਼ੀ ਬਣਾਉਣ, ਸਾਡਾ ਅਰਥ ਇਹ ਹੈ। ਕਰ ਲੋ ਪੂਜਾ ਲక్ష్ਮੀ। ਚੇਤਾ ਹੁੰਦੇ ਗੁਰਮੁਖ ਫਿਰ ਤਾਂ ਇਹ ਅਰਥ ਕਰ ਲੈਂਦੇ। ਪਰ ਵਿਦਵਾਨਾਂ ਦੇ ਵਾਸਤੇ ਕਿੱਥੇ? ਵਿਦਵਾਨ ਬੁੱਧੀਹੀਨ ਹੁੰਦੇ ਨੇ।
ਮੈਂ ਜਗ੍ਹਾ ਜਗ੍ਹਾ ਇਹੀ ਕਹਿੰਦਾ ਰਹੂਗਾ। ਉਹ ਸਾਬਤ ਕਰਨਾ ਸੀ ਬੁੱਧਵਾਨ ਜਿਹਨਾਂ ਨੇ ਰੌਲਾ ਪਾਇਆ। ਹੁਣ ਸਾਬਤ ਕਰਨ ਬੁੱਧਵਾਨ ਬੁੱਧੀਹੀਨ ਨੇ, ਇੰਨੇ ਬੁੱਧੀਹੀਨ ਹੋ ਕੇ ਟਿੱਪਣੀ ਕਰਨ 10 ਗ੍ਰੰਥ ਤੇ ਬੁੱਧੀਹੀਨ ਕਰਕੇ ਟਿੱਪਣੀ ਕਰ ਦਿੰਦੇ ਨੇ। ਬੁੱਧਵਾਨ ਟਿੱਪਣੀਆਂ ਨਹੀਂ ਕਰਦੇ ਹੁੰਦੇ ਗ੍ਰੰਥਾਂ ਤੇ ਛੇਤੀ, ਉਹ ਸਮਝ ਕੇ ਦੱਸਦੇ ਹੁੰਦੇ ਨੇ, ਸਮਝਣ ਨੂੰ ਚਿਰ ਲਾਉਂਦੇ ਨੇ। ਜੇ ਬੇਵਕੂਫੀ ਨਾਲ ਕਰ ਲਵੇ ਨਾ ਖੜਾ ਛੱਡਣਾ ਔਖਾ ਹੋ ਜਾਂਦਾ।